अस्सलाम वालेकुम। प्रोग्राम तफ्तीशी के साथ मैं हूं सलमान कुरैशी। नाजरीन, सियालकोट के नवाही गांव माजरा खुर्द में भाई ने बहन को काला जादू करवाने के शुबा में कईयों के पेदर पे वार करके सोते हुए मौत के घाट उतार दिया। पुलिस ने मुलजिम को गिरफ्तार कर लिया और मुकदमा भी दर्ज कर लिया गया। असल हकाइक है क्या, क्यों कत्ल की ये भयानक वारदात हुई, ये बताएंगे आज के प्रोग्राम तफ्तीशी में। नाजरीन, इस वक्त हम सियालकोट के नवाही गांव माजरा खुर्द में मौजूद हैं, जहां पर एक भाई ने अपनी शादीशुदा बहन, 2 बच्चों की मां को बेदर्दी के साथ सोते हुए कईयों के वार करके मौत के घाट उतार दिया। असल में ये वाकया क्यों पेश आया, क्यों उसने अपनी ही बहन को कत्ल कर दिया। इस वक्त वो गमज़दा वालदा मौजूद है जिसके बेटे ने ही इन्हीं की बेटी को कत्ल कर दिया, और साथ वो शौहर मौजूद है जिसकी बीवी को कत्ल किया गया। इन दोनों की ज़ुबानी जानते हैं कि ये अफसोसनाक वाक़या किस तरह से हुआ। माँ जी, बड़ा अफसोसनाक वाक़या है, अल्लाह सबर दवे। की हो गया, किमें हो गया? मैं तेन दसिया नहीं भी कोई लड़ाई नहीं, कोई झगड़ा नहीं होया। ये कोई सुते सुते ही मैं बीमार हाँ, इत्थे मेरी मंजी जाई हुंदी इत्थे ते जाके ते इत्थे ही बनवाई गए आके ते अपना छाया तो बाया तो आज किन्ने दिन हो गए डॉक्टर को लैके तो पाई दे जाइए तानू कभी बोतल लवा, कोई टीके लवा, कोई हुण मैनूं किसे भेजो नहीं किसी मेरी बेटी मार गई है, मैनूं कोई भेजा मम्मी नहीं भेजा। वो पुत्र है मेरा, मगर ज्यादा ही जान लाजे मार। माँ जी, किन्ने बच्चे तुहाडे? बच्ची एक तो मेरी चीज जने भी पर भी आई है, वो आई होना आई है। ठीक है, 2 फोटो हो गई ने। एक पहले फौत हुई? हाँ, एक जो नदीम हो रही ने ना, हाँ जी। इन्हों की माँ थी। अच्छा, वो बड़े भरा जो लाहौर ओदी छोटी भैन। ठीक है। दूजा है सदीक, ਉਹਦੇ छोटा। ਉਹਦੇ छोटी है जी आई वो आई। ठीक है। 3 बच्चियां ਤੁਹਾਡੀਆਂ? 3 बच्चियां ਹਨ। ਤੇ ਬੱਚੇ ਕਿੰਨੇ? बच्चे 4 साल। 4। ਇਹ ਅਸਗਰ ਜਿਹੜਾ ਹੈ ਇਹ ਵੱਡਾ ਹੈ ਤੁਹਾਡਾ ਇਹ ਬੱਚਾ? ਸਾਰਿਆਂ ਤੋਂ ਛੋਟਾ ਜੀ। ਅਸਗਰ ਸਭ ਤੋਂ ਛੋਟਾ ਹੈ? ਸਭ ਤੋਂ ਛੋਟਾ ਜੀ। ਬੱਚੀ ਤੁਹਾਡੀ ਇੱਥੇ ਹੀ ਰਹਿੰਦੀ ਸੀ, ਤੁਹਾਡੇ ਕੋਲ ਹੀ? ਮੇਰੇ ਕੋਲ ਵੀ ਰਹਿੰਦੀ ਸੀ, ਸਰਗੁਰ ਦੇ ਵੀ ਜਾਂਦੀ ਸੀ, ਆਪਣੇ ਸਹੁਰਿਆਂ ਦੇ ਵੀ। ਅੱਛਾ। ਅੱਗੇ 4 ਮਹੀਨੇ ਰਹਿ ਕੇ ਆਈਏ। ਬੱਚੇ ਉਹਨੂੰ ਆਂਦੇ ਹਨ ਵੀ ਅੰਮੀ ਸਾਨੂੰ ਲੈ ਚੱਲ ਇੱਕ ਵਾਰੀ ਨਾਨੀ ਕੋਲ। ਤੇ 4 ਮਹੀਨੇ ਹੋ ਗਏ ਨੇ, ਹੱਸਦੇ ਆ ਤੇ ਖੇਡਦੇ ਆ। ਵਾਢੀ ਕੀਤੀ ਇਹਨਾਂ ਨੇ, ਸਾਰੇ ਕੰਮ ਕੀਤੇ ਨੇ। ਕੋਈ ਐਸੀ ਕੁਦਰਤ ਰੱਬ ਦੀ ਹੈ ਜਿਹੜੀ ਇਹ ਕੋ ਹੋਣੀ ਚਾਹੀਦੀ ਹੈ, ਦਿਮਾਗ ਕੇ ਦਾ ਫਿਰ ਗਿਆ ਨਹੀਂ ਕਿ ਕੋਈ ਲੜਾਈ ਨਹੀਂ ਸੀ, ਕੋਈ ਝਗੜਾ ਨਹੀਂ। ਅਸਗਰ ਦੇ ਬੱਚੇ ਹੈਗੇ ਨੇ, ਇਹਦੀ ਬੀਵੀ ਤਲਾਕ ਹੋਈ ਇਹਨੂੰ? ਅਸਗਰ ਮਰ ਗਈ ਸੀ। ਅੱਛਾ, ਫੌਤ ਹੋ ਗਈ ਸੀ? ਫੌਤ ਹੋ ਗਈ ਸੀ। ਅੱਛਾ। ਹਾਂ। ਤੇ ਕਦੋਂ ਦੀ, ਕਿੰਨੇ ਸਾਲ ਹੋ ਗਏ? ਬਾਵੇ ਚ ਹੋ ਗਿਆ। ਬੱਚੇ ਤੇ ਛੋਟੇ ਛੋਟੇ ਹਨ ਜਿਹੜੇ ਪਾਲੇ ਨੇ। ਮੈਂ ਤੇ ਸਾਜਦਾ ਮੇਰੀ ਧੀ ਨੇ। ਉਸੇ ਧੀ ਨੇ? ਹਾਂ। ਉਹ ਜਿਹੜੀ ਜਿਹਨੂੰ ਮਾਰਤਾ ਇਹਨੇ? ਹਾਂ, ਉਹਨੇ ਤੇ ਮੈਂ ਹੀ ਪਾਲੇ ਨੇ। ਬੱਚੇ ਵੱਡੇ ਕੀਤੇ? ਵੱਡੇ ਕੀਤੇ। ਉਹ ਕੋਈ ਬੱਚਾ ਉਹਦਾ ਬਾਹਰ ਵੀ ਚਲਾ ਗਿਆ ਇੱਧਰੋਂ, ਮਤਲਬ ਚਲਾ ਜਾਂਦਾ, ਘਰ ਨਹੀਂ ਰਹਿੰਦਾ? ਉਹ ਬਾਹਰ ਵੀ ਪਤਾ ਨਹੀਂ ਕੋਈ ਹਰੇ ਦਾ ਕਿਹਦਾ ਇਹ ਅਸਗਰ ਦਾ? ਅਸੀਂ ਕੋਲ ਤੇ ਹੋਰ ਕੋਈ 2 ਸਾਲ ਹੋ ਗਏ ਨੇ, ਪਤਾ ਨਹੀਂ ਕਿੱਥੇ ਹੁੰਦਾ ਕਿੱਥੇ। ਆਇਆ ਹੀ ਨਹੀਂ ਉਹ ਘਰ। ਇੱਕ ਬੱਚੀ ਹੈ ਉਹਦੀ? ਆ ਬੱਚੀ। ਮਾਂ ਜੀ, ਕੀ ਲੜਾਈ ਝਗੜਾ ਹੁੰਦਾ ਸੀ, ਕਿਉਂ ਹੋ ਗਿਆ ਇਹ ਸਭ ਕੁਝ? ਤੁਹਾਨੂੰ ਮੈਂ ਪਤਾ ਸੀ ਦਿੱਤੇ, ਮੈਂ ਜਿਹੜਾ ਚਿੱਟਾ ਝਾਟਾ ਹੋ ਗਿਆ। ਮੈਂ ਕੋਈ ਲੜਾਈ ਝਗੜਾ ਹੋਇਆ ਹੀ ਨਹੀਂ। ਇਹ ਕੁਦਰਤ ਕੋਈ ਸੁੱਤੇ ਹੀ ਰਾਤੀ ਇਹਦਾ ਦਿਮਾਗ ਫਿਰ ਗਿਆ ਤੇ ਇਹ ਵਾਕਿਆ ਹੋ ਗਿਆ। ਉਹ ਤੇ ਪੁਲਿਸ ਨੂੰ ਬਿਆਨ ਦਿੰਦਾ ਕਿ ਮੇਰੀ ਲੜਾਈ ਹੋਈ ਹੈ ਪਹਿਲੇ ਸ਼ਾਮ ਨੂੰ, ਔਰ ਉਹ ਘਰ ਦਾ ਕੋਈ ਮਸਲਾ ਸੀ, ਉਹ ਘਰ 'ਚ ਰਹਿੰਦੀ ਸੀ, ਮੈਂ ਨਹੀਂ ਮਤਲਬ ਚਾਹੁੰਦਾ ਸੀ ਕਿ ਉਹ ਇੱਥੇ ਰਵੇ, ਉਹ ਆਪਣੇ ਬੱਚਿਆਂ ਨੂੰ ਇੱਧਰ ਰੱਖਣਾ ਚਾਹੁੰਦੀ ਸੀ, ਇੰਝ ਦਾ ਬਿਆਨ ਦਿੰਦਾ ਹੈ ਪੁਲਿਸ ਨੂੰ ਤੁਹਾਡਾ ਪੁੱਤਰ। ਉਹ ਪਿਆਰ ਦੇ ਨਾ ਜੋ ਮਰਜ਼ੀ ਹੈ ਪਿਆਰ, ਗੱਲ ਨਹੀਂ ਹੈ ਜਿੰਨੀ ਮੈਂ ਤੁਹਾਨੂੰ ਦੱਸੀ ਘਰ ਵਿੱਚ। ਉਹ ਜਿੱਦੇ ਤੇ ਮਰਜ਼ੀ ਹੈ ਬਿਆਨ ਪਿਆਰ ਨਹੀਂ। ਨਸ਼ਈ ਹੈ ਤੁਹਾਡਾ ਬੇਟਾ ਜਿਹਨੇ ਕਤਲ ਕੀਤਾ ਹੈ? ਜ਼ਿਹਨੀ ਤਵਾਜ਼ਨ ਖਰਾਬ ਹੈ ਉਹਦਾ? ਪਾਗਲ ਹੈਗਾ? ਕੌਣ ਹੈ? ਜੇ ਨਸ਼ਾ ਵੀ ਨਹੀਂ, ਸਿਗਰਟ ਵੀ ਨਹੀਂ ਛਕਦਾ, ਨਸ਼ਾ ਵੀ ਨਹੀਂ ਕਰਦਾ, ਠੀਕ ਹੈਗਾ, ਤੰਦਰੁਸਤ ਹੈ? ਤੰਦਰੁਸਤ ਵੀ ਨਹੀਂ ਜੇ, ਮੈਂ ਵੀ ਨਹੀਂ ਹਾਂ। ਤੰਦਰੁਸਤ ਵੀ ਨਹੀਂ ਹੈ? ਪਿਛਾ ਪਰ ਕੇ ਬਿਮਾਰ ਹੋ ਗਏ ਤੇ ਪਾਗਲ ਹੋ ਗਿਆ ਸੀ।
ਇਹ ਹੁਣ ਵੀ ਕਿਸੇ ਵੇਲੇ ਕਿਸੇ ਵੇਲੇ ਇਹਦਾ ਦਿਨ ਨਹੀਂ ਸੀ ਕੰਮ ਕਰਦਾ। ਬਸ ਇੰਨੀ ਗੱਲ ਜੇ ਅੱਗੋਂ ਉਹ ਨਿਕਲ ਜੇ ਮਰਜ਼ੀ ਕੇ ਬਿਆਨ ਪਿਆ ਦੇ। ਮੇਰਾ ਚਿੱਟਾ ਚਾਚਾ ਜੇ ਤੁਹਾਡੀ ਮਾਵਾ ਜੀ ਮਾਂ ਆ, ਬਸ ਇਹ ਬਿਆਨ ਜੇ, ਮੇਰਾ ਹੋਰ ਕੋਈ ਬਿਆਨ ਨਹੀਂ। ਅੱਗੇ ਵੀ ਜਾਈਏ ਤਾਂ ਆਪਾਂ ਕਿਸੇ ਵੇਲੇ ਘੁੰਮ ਜਾਂਦਾ ਹੁੰਦਾ ਸੀ। ਅੱਗੇ ਵੀ ਇੰਜ ਕਰਦਾ ਸੀ? ਨਹੀਂ, ਉਹ ਜੀ ਪਹਿਲਾਂ ਗੱਲਾਂ ਕਰੀਆਂ ਵੀ ਫਲਾਣਾ ਇੰਜ ਕਰਦਾ ਹੀ, ਫਲਾਣਾ ਇੰਜ ਕਰਦਾ ਹੀ, ਫਲਾਣਾ ਇੰਜ ਕਰਦਾ ਹੀ। ਜੇ ਭੌਂਦਾ ਨਾ ਉਹ ਕਹਿੰਦਾ ਮੇਰੀ ਬੱਚੀ ਜਿਹੜੀ ਹੈਗੀ ਸੀ, ਉਹਦੀ ਬੇਟੀ, ਉਹਨੂੰ ਵੀ ਮਾਰਦੀ ਸੀ, ਪਤਾ ਨਹੀਂ ਸਿਸਟਰ, ਪੁਲਿਸ ਨੂੰ ਦੱਸਦਾ ਉਹ ਪਤਾ ਮੇਰੀ ਰੋਣ ਗੱਲ ਉਹ ਦਿਨ ਉਹਦਾ ਸਹੀ ਹੈ ਵੀ ਕਿਉਂ ਗੱਲਾਂ ਇਹ ਵਧੀਆ ਕਰੇ, ਉਹਦਾ ਜੇ ਨਹੀਂ ਤੇ ਕੰਮ ਕਰਦਾ। ਔਰ ਜਿਹਦੇ ਮਰਜ਼ੀ ਇਹ ਬਿਆਨ ਪਿਆ। ਹੋਇਆ ਕੀ, ਕਿੱਥੇ ਗਏ ਸੀ ਤੁਸੀਂ, ਕਿਵੇਂ ਪਤਾ ਲੱਗਾ, ਕੀ ਹੋ ਗਿਆ? ਪੁੱਤਰ ਮੇਰੀ ਗੱਲ ਸੁਣ, ਇੱਥੇ ਆ ਮਜੀ ਕਦਾ ਠਈਏ ਇੱਕ ਇੱਥੇ ਦੇ ਠਈਏ ਇੱਥੇ ਤੇ ਮੈਂ ਆ। ਅੱਛਾ, ਐਸੇ ਕਮਰੇ 'ਚ ਹੋਇਆ ਕਤਲ? ਐਸੇ ਜੀ। ਅੱਛਾ, ਇੱਥੇ ਮੇਰੀ ਉਹ ਪੋਤੀ ਹੈ, ਇੱਥੇ ਉਹਦੀ ਮੰਜੀ ਹੈ। ਪੋਤੀ ਇੱਥੇ ਪਈ ਸੀ? ਹਾਂ, ਨਾਲ ਹੀ ਸੀ ਮੇਰੇ ਕੇ ਸਾਰੇ ਨਾਲ ਹੀ ਜਾਣ। ਅੱਛਾ, ਹਾਂ। ਫਿਰ ਤੇ ਬੱਤੀਆਂ ਸੀ ਮੱਛਰ ਵਾਸਤੇ ਬਜਾ ਛੱਡਦੇ ਸੀ। ਠੀਕ ਹੈ। ਹਨੇਰਾ ਸੀ, ਕੋਈ ਸਮਝ ਨਹੀਂ ਆਈ ਵੀ ਇਹ ਰਾਜੇ ਨਿਕਲ ਪਾਉਂਗੇ ਜੇ ਕਿਹੜੇ। ਉਹ ਕਿੱਥੇ ਸੁੱਤਾ ਸੀ ਅਸਗਰ? ਇੱਥੇ ਹਜੇ ਆਸਮਾਨੀ। ਅੱਛਾ, ਇੱਥੇ ਕੋਲ ਹੀ ਸੁੱਤਾ ਹਾਂ, ਸੀ? ਕੋਈ। ਤੇ ਉਹ ਜਿਹੜੀ ਬੇਟੀ ਸੀ ਤੁਹਾਡੀ, ਉਹ ਕਿੱਥੇ ਸੁੱਤੀ ਸੀ? ਉਹ ਇੱਥੇ ਬੇਕੋਲ ਸੀ, ਇੱਥੇ ਦਾ। ਅੱਛਾ, ਨਾਲ ਦੀ ਮੰਜੀ ਤੇ? ਹਾਂ, ਇਹ ਦੱਸਦੀ ਨਹੀਂ ਇੱਕ ਮੰਜੀ ਆ, ਇੱਥੇ ਮੇਰੀ ਪੋਤਰੀ ਹੈ। ਅੱਛਾ, ਇੱਥੇ ਮੈਂ ਆ, ਉਹ ਇੱਥੇ ਮੇਰੀ ਹੁੰਦੀ ਸੀ ਪਹਿਲਾਂ। ਜਿਸ ਦਿਨ ਬਿਮਾਰ ਹੋਈਆਂ ਸੌੜ ਕਾਹਲੀ ਪੈਂਦੀ ਸੀ ਨਾ, ਉਹਦੀ ਮੇਰੀ ਮੰਜੀ ਇੱਥੇ ਆਉਂਦੀ ਹੈ, ਮੈਂ ਇੱਥੇ ਸਮਿਆ ਕਰ। ਤੁਸੀਂ ਸੋ ਰਹੇ ਸੀ, ਕਿਵੇਂ ਪਤਾ ਲੱਗਾ ਤੁਹਾਨੂੰ ਕਿ ਇਹ ਹੋ ਗਿਆ ਸਭ ਕੁਝ? ਪੁੱਤਰ ਮੇਰੀ ਗੱਲ ਸੁਣ, ਮੈਨੂੰ ਤੇ ਕੋਈ ਉਸ ਵੇਲੇ ਮੇਰੇ ਦਿਮਾਗ ਨੂੰ ਕੋਈ ਚੜ ਗਿਆ ਸੀ, ਬਲੱਡ ਤੇਜ਼ ਹੋ ਗਿਆ ਸੀ। ਹੁਣ ਵੀ ਮੈਨੂੰ ਬਲੱਡ ਮੇਰਾ ਤੇਜ਼ ਹੋ ਜਾਂਦਾ ਸੀ, ਮੈਨੂੰ ਸਮਝ ਹੀ ਨਹੀਂ ਆਉਂਦੀ ਕੀ ਹੋਇਆ ਤੇ ਕੀ। ਅੱਲਾਹ ਪਾਕ ਤੁਹਾਨੂੰ ਸਬਰ ਦੇਵੇ। ਹੈ ਔਰ ਗੱਲਾਂ ਵਿੱਚੋਂ ਐਵੇਂ ਗੱਲਾਂ ਦੇ ਸੋ ਰਹੇ ਸੀ, ਫਿਰ ਇੱਥੇ ਸੋ ਰਹੇ ਸੀ, ਇੱਥੇ ਪੁੱਤਰ ਸੋ ਰਿਹਾ ਸੀ, ਉੱਥੇ ਬੇਟੀ ਸੀ, ਇੱਥੇ ਤੁਸੀਂ ਸੀ। ਹਾਂ, ਇਹ ਕਿ ਪਤਾ ਨਹੀਂ ਕਿਵੇਂ ਉੱਠਿਆ। ਹਾਂ, ਤੇ ਕਿਵੇਂ ਉੱਠ ਕੇ ਤੇ ਬਾਹਰ ਕਰ ਕੀਤੀ, ਕਿਹਦੇ ਦਿਮਾਗ ਨਹੀਂ ਕੰਮ ਕੀਤਾ ਤੇ ਕੀਤਾ ਤੂੰ ਹੈ। ਜੇ ਦਿਮਾਗ ਕੰਮ ਕਰਦਾ ਤੇ ਇੰਨਾ ਦਮਾ ਪੈਰ ਦਾ ਸਲੂਕ ਉਹ ਜੋ ਮਰਜ਼ੀ ਹੈ ਪਿਆ ਦਿਖਾਈ ਤੇ ਪਿਆ ਕਰੇ। ਉਹ ਬਸ ਇੱਥੇ ਵਾਰਦਾਤ ਇਹ ਨਹੀਂ ਹੋਈ ਜੇ। ਹਾਂ, ਤੇ ਹੁਣ ਸਜ਼ਾ ਉਹਨੇ ਕੀਤਾ ਤੇ ਗਲਤ ਹੈ, ਉਹਨੂੰ ਸਜ਼ਾ ਹੋਣੀ ਚਾਹੀਦੀ ਮਾਂ ਜੀ। ਪੁੱਤਰ ਜਿੱਕਰ ਮਰਜ਼ੀ ਹੈ ਤੁਸੀਂ ਕਰੋ, ਮੈਂ ਤੁਹਾਡੇ ਅੱਗੇ ਹੱਥ ਬੰਨ੍ਹ, ਮੈਂ ਤੁਹਾਡੀ ਮਾਮਾ ਦੀ ਮਾਂ ਆ। ਇਹ ਹੁਣ ਤੁਹਾਡੀ ਮਰਜ਼ੀ ਤੇ ਅੱਲਾ ਦੀ ਮਰਜ਼ੀ ਹੈ, ਮੈਨੂੰ ਧੀ ਨਹੀਂ ਲੱਭਣੀ ਸਾਰੀ ਉਮਰ। ਬੱਚੇ ਉਹਦੇ ਨਿੱਕੇ ਨੇ ਜੇ ਲਾਡ ਲਿਆ ਕੇ ਮਾਰ ਗਈ, ਮੈਨੂੰ ਉਹ ਦੂਜੀ ਵੱਡੀ ਜਿਹੀ ਪੁੱਟੀ ਉਹ ਮਾਰ ਗਈ, ਉਹ ਨਹੀਂ ਲੱਭੀ, ਇਹਨੇ ਕਿੱਥੋਂ ਲੱਭਣੇ। ਉੱਥੇ ਗਿਆ ਵੀ ਕੋਈ ਬੰਦਾ ਲੱਭਦਾ ਜੀ। ਉਂਝ ਹੀ ਫੌਤ ਹੋਈ ਸੀ ਪਹਿਲੀ ਬੇਟੀ ਤੁਹਾਡੀ? ਹਾਂ, ਬਿਮਾਰੀ ਦੀ ਵਜ੍ਹਾ ਤੋਂ? ਹੈ ਬਿਮਾਰੀ ਦੀ ਵਜ੍ਹਾ ਤੋਂ ਕਿ ਉਹਨੂੰ? ਨਹੀਂ, ਬਿਮਾਰੀ ਦੀ ਵਜ੍ਹਾ ਤੋਂ ਫੌਤ ਹੋਈ ਸੀ ਉਹ ਪਹਿਲੀ ਵਾਲੀ? ਹਾਂ, ਇੱਥੇ ਬੰਦਾ ਉਹਦਾ ਨਾਂ ਹੈ, ਬੱਚੇ ਉਹਦੇ ਕੋਲ ਸਾਰੇ ਬਿਮਾਰੀ ਨਾਲ ਹੀ ਫੌਤ ਹੋਏ ਨੇ। अल्लाह पाक सब्र दे तन्वारी। नाज़रीन, इस वक्त हमारे साथ वो मकतूला के शौहर मौजूद हैं जो मुद्दई मुकदमा भी हैं। उन्हीं की ज़ुबानी जान लेते हैं ये कत्ल की वारदात किस तरह से हुई, क्या हुआ कि आखिरकार भाई ने ही बहन को बेदर्दी के साथ कत्ल कर दिया। भाई, बड़ा अफसोसनाक वाक़या है, अल्लाह तुहानू सब्र दे। ज़रा उच्ची थोड़ा जिहा बोलना ते दसना ए की हो गया, कदों तुहाडी शादी हुई, कदों दे इधर रह रहे हो, ए ससुराल है तुहाडा और तुसी आप कित्थे रहिंदे हो? जी, मैं सरगोदा का रहायशी है, चक नंबर 85 शिमाली सेला वाली रोड पे। ठीक है। और मेरी 2009 में शादी हुई है। पंजाबी बोलो ते उच्ची बोलना है। 2009 च शादी हुई है मेरी। अच्छा। कुछ अरसा मैं उत्थे भी रहा, कुछ इत्थे भी रह रहे हैं। ठीक है। तकरीबन 13-14 साल तो। अच्छा। तो इत्थे सर मैं मजदूरी करना। ਇੱਥੇ ਹੀ ਮਜ਼ਦੂਰੀ ਕਰਦੇ ਹੋ? ਠੀਕ ਹੈ। ਤੇ ਕਿੰਨੇ ਦੋ ਬੱਚੇ ਹੈ ਤੁਹਾਡੇ? जी, मेरे एक बेटा एक बेटी है। ਇੱਕ ਬੇਟਾ ਤੇ ਬੇਟੀ ਹੈ।
ਕਿਹੋ ਜੇ ਮਾਮਲਾ ਚੱਲ ਰਿਹਾ ਸੀ, ਕੀ ਤਨਾਜ਼ਾ ਚੱਲ ਰਿਹਾ ਸੀ ਅਸਗਰ ਤੁਹਾਡੀ ਵਾਈਫ ਦਾ ਆਪਸ ਚ ਭੈਣ ਭਰਾਵਾਂ ਦਾ ਕੀ ਮਸਲਾ ਸੀ? ਸਰ ਮਸਲਾ ਤੇ ਏਡਾ ਕੋਈ ਨਹੀਂ ਸੀ। ਦੇਖੋ ਉਹਦੇ ਛੋਟੇ ਛੋਟੇ ਬੱਚੇ ਹਨ, ਚਲੋ ਉਹਨੇ ਪਾਲੇ ਨੇ। ਅਕਸਰ ਫਿਰ ਮਾਵਾਂ ਜਿਹੜੀਆਂ ਬੰਦੀਆਂ ਨੇ ਬੱਚਿਆਂ ਨੂੰ ਝਿੜਕ ਵੀ ਤੇ ਲੈਂਦੀਆਂ। ਹਾਂ ਸਹੀ ਠੀਕ ਹੈ ਜੀ। ਇਹ ਮਤਲਬ ਅਸਗਰ ਦੇ ਬੱਚੇ ਸੀ ਜੀ ਔਰ ਤੁਹਾਡੀ ਵਾਈਫ ਨੇ ਪਾਲੇ ਜੀ, ਕਿਉਂਕਿ ਇਹਦੀ ਬੀਵੀ ਚਲੀ ਗਈ ਜੀ ਸੀ। ਫੌਤ ਹੋ ਗਈ। ਅੱਛਾ, ਉਹ ਕਹਿੰਦਾ ਤਲਾਕ ਦੇ ਦਿੱਤੀ ਹੈ ਪੁਲਿਸ ਨੂੰ ਕਹਿੰਦਾ। ਹਾਂ ਜੀ, ਬਸ ਉਹ ਤਲਾਕ ਹੀ ਦਿੱਤੀ ਹੈ ਨਾ ਫਿਰ। ਹਾਂ ਸਹੀ ਹੈ ਅੱਛਾ, ਫਿਰ ਉਹਦੇ ਤੋਂ ਬਾਅਦ ਇਹਨਾਂ ਨੇ ਪਾਲੇ ਜੀ। ਅਸੀਂ ਤੇ ਪਾਲੇ। ਉਹ ਡਾਂਡ ਡਪਟ ਵੀ ਕਰਦੀ ਸੀ ਵਾਲਦਾ, ਜ਼ਾਹਿਰੀ ਜੀ ਗੱਲ। ਵਾਲਦਾ ਤੋਂ ਮੁਰਾਦ ਉਹਨਾਂ ਦੀ ਜਿਹੜੀ ਫੁੱਫੀ ਸੀ। ਜੀ ਜੀ ਤੁਹਾਡੀ ਵਾਈਫ, ਉਹਦੀ ਵਜ੍ਹਾ ਤੋਂ ਮਸਲਾ ਬਣਦਾ ਸੀ। ਜੀ ਮਸਲਾ। ਅੱਛਾ, ਉਹ ਡਾਂਡ ਡਪਟ ਅਕਸਰ ਬੱਚਿਆਂ ਨੂੰ ਸਮਝਾਉਣ ਵਾਸਤੇ ਕਰਦੇ ਹਾਂ ਹੀ ਜੀ ਸੀ। ਬਿਲਕੁਲ। ਠੀਕ ਹੈ, ਫਿਰ ਸਾਰਾ ਕੋਈ ਮਸਲਾ ਨਹੀਂ। ਜਿੱਦਣ ਬਕੂਆ ਆ ਉਦਣ ਅਸੀਂ ਇੱਥੋਂ ਬਾਲਣ ਚਾੜਦੇ ਰਹੇ ਹਾਂ ਤਿੰਨੇ ਜਾਣੇ। ਨਹੀਂ, ਉਹ ਕਹਿੰਦਾ ਹੈ ਕਿ ਮੇਰਾ ਬੇਟਾ ਜਿਹੜਾ ਹੈ ਉਹ ਪੁਲਿਸ ਨੂੰ ਬਿਆਨ ਦਿੰਦਾ ਹੈ ਕਿ ਉਹ ਉਹਨਾਂ ਦੇ ਟੌਰਚਰ ਤਸ਼ੱਦਦ ਦੀ ਵਜ੍ਹਾ ਤੋਂ ਇਹ ਘਰ ਛੱਡ ਕੇ ਚਲਾ ਗਿਆ। ਐਂ ਦੀ ਕੋਈ ਗੱਲ ਹੋਈ? ਜੀ ਨਹੀਂ, ਸਾਡੇ ਕੋਲ ਰਹੇ ਨੇ, ਕੋਈ ਐਸੀ ਵੈਸੀ ਗੱਲ ਨਹੀਂ। ਠੀਕ ਹੈ। ਹਾਂਜੀ। ਤੇ ਕੀ ਇਸ਼ੂ ਸੀ? ਕੋਈ ਘਰ ਦਾ ਤਨਾਜ਼ਾ ਸੀ? ਉਹ ਇਹ ਵੀ ਦੱਸਦਾ ਕਿ ਕੋਈ 4-4 ਮਰਲੇ 4.5 ਮਰਲੇ ਦੀ ਜਗ੍ਹਾ ਹੈ, ਇੱਕ ਭਰਾ ਦੀ ਹੈ, ਇੱਕ ਉਹ ਭੈਣ ਕੋਈ ਕਹਿੰਦੀ ਸੀ ਕਿ ਇਹ ਮੇਰਾ ਹੈ, ਔਰ ਕਈ ਵਾਰੀ ਉਹਨੇ ਕਿਹਾ ਕਿ ਉਧਰੋਂ ਤੁਸੀਂ ਚਲੇ ਜਾਓ। ਜੀ ਨਹੀਂ, ਕੋਈ ਨਹੀਂ। ਅੱਛਾ, ਕੋਈ ਐਸੀ ਗੱਲ ਤੇ ਹੋ ਕੀ ਗਿਆ? ਕਿਉਂ ਕਤਲ ਕਰ ਦਿੱਤਾ? ਕੁਛ ਨਹੀਂ ਸਰ, ਮੈਂ ਤੁਹਾਨੂੰ ਕਹਿ, ਅਸੀਂ ਇਸ ਵਾਸਤੇ ਕਹਿ ਰਹੇ ਹਾਂ ਜੀ, ਅਸੀਂ ਇੱਕ ਦਿਨ ਪਹਿਲਾਂ ਠੀਕ ਰਹੇ ਹਾਂ। ਅੱਛਾ, ਕੋਈ ਲੜਾਈ ਝਗੜਾ ਨਹੀਂ। ਮੇਰੇ ਕੋਲ ਸਰਗੋਧੇ ਵੀ ਰਹਿ ਕੇ ਆਇਆ ਉਹ। ਅੱਛਾ, ਮੇਰੇ ਘਰ ਵੀ ਗਏ ਆ। ਅਸਗਰ ਵੀ ਤੁਹਾਡੇ ਨਾਲ ਹੀ ਕੰਮ ਕਰਦਾ ਸੀ? ਜੀ ਮੇਰੇ ਨਾਲ ਕਰਦਾ। ਅਸੀਂ ਦੋਨਾਂ ਵਾਢੀ ਵੀ ਕੀਤੀ ਹੈ ਤਿੰਨਾਂ ਨੇ। ਅੱਛਾ। ਕੋਈ ਐਸੀ ਵੈਸੀ ਗੱਲ ਨਹੀਂ ਸਰ। ਹੂੰ ਅਗਰ ਜੇ ਹੋਵੇ, ਮੈਂ ਹੁਣ ਸ਼ੋਹਰ ਆ, ਮੈਨੂੰ ਤੇ ਸਾਰੀ ਗੱਲ ਪਤਾ ਤੇ ਲੱਗਦਾ ਨਾ। ਲੇਕਿਨ ਕੋਈ ਨਹੀਂ, ਮੇਰੇ ਨਾਲ ਕੋਈ ਐਸਾ ਠਿਕਾਣਾ ਨਹੀਂ, ਨਾ ਮੈਂ ਵੇਖਿਆ ਹੀ। ਖੁਸ਼ਬਾਜ਼ ਸਨ। ਜਾਂ ਤੇ ਕੋਈ ਲੜਾਈ ਝਗੜਾ ਹੋਵੇ, ਅਕਸਰ ਮੈਂ ਵੀ ਤੇ ਕੋਲ ਹੀ ਰਹਿਣਾ ਹਾਂ ਸਰ, ਮੈਨੂੰ ਪਤਾ ਲੱਗੇ। ਮੇਰੇ ਨਾਲ ਕੋਈ ਐਸੀ ਵੈਸੀ ਗੱਲ ਨਹੀਂ, ਠੀਕ ਠਾਕ ਸੀ। ਠੀਕ ਠਾਕ ਸੀ। ਤੇ ਕੀ ਹੋਇਆ ਫਿਰ? ਕੋਈ ਨਹੀਂ ਸਰ ਜੀ, ਇੱਥੇ ਤਾਂ ਕੋਈ ਸ਼ਾਇਦ ਜੀ ਬਿਲਕੁਲ ਠੀਕ ਠਾਕ ਸੁੱਤੇ ਆ। ਇਸੇ ਕਮਰੇ 'ਚ ਹੀ ਅਸੀਂ, ਮੈਂ ਵੀ 9-10 ਵਜੇ ਤਕਰੀਬਨ 9:30 ਵਜੇ ਤੱਕ ਬੈਠਾ ਰਿਹਾ। ਅੱਛਾ, ਬਿਲਕੁਲ ਸਹੀ ਸਰ, ਬਿਲਕੁਲ ਖੁਸ਼ਬਾਜ਼ ਸਨ। ਤੇ ਰਾਤੀ ਉਹਨਾਂ ਨੇ ਮੈਨੂੰ ਆਖਿਆ ਵੀ ਅਸਗਰ ਨੇ ਵੀ ਸਵੇਰੇ ਕੰਮ ਤੇ ਜਾਣਾ, ਟਾਈਮ ਨਾਲ ਉੱਠਣਾ। ਮੈਂ ਜੀ ਠੀਕ ਹੈ। ਮੈਂ ਇੰਨੀ ਗੱਲ ਕਰਕੇ ਮੈਂ ਆਪਣੇ ਕਮਰੇ 'ਚ ਚਲਾ ਗਿਆ। ਅੱਛਾ, ਤੇ ਤੁਹਾਡੇ ਕਮਰੇ 'ਚ ਤੁਹਾਡੀ ਵਾਈਫ ਨਹੀਂ ਸੌਂਦੀ ਸੀ? ਜੀ ਮੇਰੇ ਉੱਥੇ ਗਈ ਹੈ ਮੇਰੇ ਕੋਲ। ਅਚਾਨਕ ਮਨ ਤਬੀਅਤ ਖਰਾਬ ਹੋਈ ਹੈ, ਉਹ ਆਈ ਹੈ ਉੱਠ ਕੇ। ਕਿਹਨਾਂ ਦੀ ਤਬੀਅਤ? ਮੇਰੀ ਆ ਵਾਲਦਾ ਨੇ, ਸੱਸ ਜਿਹੜੇ ਸਸੁਰਾਲ। ਅੱਛਾ, ਉਹਨਾਂ ਦੀ ਤਬੀਅਤ ਖਰਾਬ ਹੋਈ ਹੈ ਤੇ ਉਹਨਾਂ ਕੋਲ ਹੀ ਫਿਰ ਇੱਥੇ ਕੁੱਟਿਆ ਨਾ ਪਿਆ ਤੇ ਇੱਥੇ ਹੀ ਲੇਟ ਗਈ ਹੈ। ਅੱਛਾ, ਤੇ ਸਰ 3:30 ਵਜੇ ਅੰਜਾ ਬਕੂਆ ਕੀਤਾ। 3:30 ਵਜੇ? ਜੀ 3:30 ਵਜੇ ਬਾਹਰ ਕੀਤਾ। ਠੀਕ ਹੈ। ਕਿੰਨੇ ਕੀਤਾ ਬਾਹਰ? ਮੁਹੰਮਦ ਅਸਗਰ। ਕਿਵੇਂ ਪਤਾ ਲੱਗਾ ਤੁਹਾਨੂੰ ਉਹਨੇ ਬਾਹਰ ਕਰਤਾ? ਸਰ ਬਾਹਰ ਇੰਜ ਪਤਾ ਲੱਗਾ ਸੀ ਵੀ ਇੱਥੇ ਇੰਜੀ ਖੜਾਕ ਜਿਹਾ ਆਇਆ, ਇੱਥੇ ਉਹਦੀ ਬੱਚੀ ਉੱਠੀ ਹੈ, ਲਾਈਟ ਆਫ ਸੀ ਤੇ ਉਹਨੇ ਲਾਈਟ ਬਾਲੀ ਹੈ ਤੇ ਉਹਨੇ ਜਾਨੀ ਕਿ ਚੀਖਾਂ ਮਾਰੀਆਂ ਨੇ ਇੱਥੇ। ਤੇ ਫਿਰ ਅਸੀਂ ਉੱਠੇ ਹਾਂ। ਜਦੋਂ ਫਿਰ ਲਾਈਟ ਬਾਲ ਕੇ ਦੇਖੀ, ਉਹ ਫਿਰ ਇੱਥੇ ਹੀ ਉਹਨਾਂ ਨੂੰ ਕਈ ਮਾਰੀ ਹੈ। ਫਿਰ ਮੈਂ ਉਹ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਲੈ ਗਿਆ ਹਸਪੀਟਲ, ਲੇਕਿਨ ਉਹ ਰਾਹ 'ਚ ਦਮ ਤੋੜ ਗਏ। ਤੁਸੀਂ ਉਹਨੂੰ ਨਹੀਂ ਕਿਹਾ ਕੀ ਕਰਤਾ ਹੀ, ਕਿਉਂ ਮਾਰਤਾ? ਲੁੱਡੋ ਖੇਡ ਰਹੇ ਸੀ, ਇਹੋ ਜੀ ਕੋਈ ਗੱਲ ਨਹੀਂ ਕੀਤੀ ਉਹਦੇ ਨਾਲ? ਨਹੀਂ ਕੀਤੀ, ਕਿਉਂਕਿ ਉਹ ਤੜਫ ਰਹੀ ਸੀ, ਮੈਂ ਇਸ ਵਾਸਤੇ ਚੁੱਕ ਕੇ ਟੁਰ ਪਿਆ। ਅੱਛਾ, ਉਹਦੇ ਨਾਲ ਕੋਈ ਮਜ਼ਾਮਤ ਜਾਂ ਉਹਨੇ ਤੁਹਾਡੇ ਵੱਲ ਕੋਈ? ਜੀ ਮੈਂ ਨਾ ਕੀਤੀ ਹੈ ਤੇ ਨਾ ਉਹਨੇ ਮੇਰੇ ਨਾਲ ਕੀਤੀ ਹੈ। ਅੱਛਾ, ਤੁਸੀਂ ਸਿਰਫ ਵਾਈਫ ਨੂੰ ਲਿਆ ਜੀ ਤੇ ਚਲੇ ਗਏ? ਲੈ ਗਿਆ ਕਿ ਮੈਂ ਹਸਪੀਟਲ ਰਵਾਨਾ ਹੋ ਗਿਆ। ਹਾਂ, ਕਿਹੜੇ ਹਸਪਤਾਲ? ਮੈਂ ਚੀਮਾ ਫੈਮਿਲੀ। ਅੱਛਾ, ਫਿਰ ਉੱਥੋਂ ਫਿਰ ਮੈਂ ਤੁਰ ਗਿਆ ਦੂਸਰੇ 'ਚ ਨਾਲੀ ਵਾਲੇ ਹਸਪੀਟਲ। ਜ਼ਿੰਦਾ ਸੀ ਉਦੋਂ ਤੱਕ ਵਾਈਫ ਤੁਹਾਡੀ? ਜੀ ਵਾਈਫ ਨੇ ਦਮ ਦੇ ਦਿੱਤੇ ਸੀ ਰਾਹ 'ਚ ਹੀ। ਰਾਹ 'ਚ ਹੀ ਦਮ ਤੋੜ ਗਈ? ਰਾਹ 'ਚ ਦਮ ਤੋੜ ਗਈ। ਠੀਕ ਹੈ। ਫਿਰ ਮੈਂ ਉਦੋਂ ਲੈ ਕੇ ਆ ਗਿਆ ਤੇ ਫਿਰ ਇੱਥੇ ਅਸੀਂ 15 ਤੇ ਕਾਲ ਕੀਤੀ ਹੈ। 15 ਤੇ ਕਾਲ ਜੀ ਕੀਤੀ? ਉਹ ਆਲ ਮੌਕੇ ਪਰ ਆਏ ਸੀ ਇਧਰ। ਕੌਣ ਆਏ ਸੀ? SHO। ਹਾਂ, ਕੀ ਕਹਿੰਦੇ SHO ਆ ਕੇ? ਕੁਛ ਵੀ ਨਹੀਂ, ਉਹਨਾਂ ਮੌਕਾ ਵਾਰਦਾਤ ਦੇਖਾ, ਉਹ ਹਸਪਤਾਲ ਲੈ ਗਏ ਉਹ ਨਾਲੀ ਵਾਲੇ। ਫਿਰ ਪੋਸਟਮਾਰਟਮ ਤੋਂ ਦਰਖਾਸਤ ਲਿਖ ਕੇ ਫਿਰ ਚਲੇ ਗਏ ਨੇ ਵਾਪਸ। ਪੋਸਟਮਾਰਟਮ ਕਰਾ ਕੇ ਜੀ ਤੇ ਦਰਖਾਸਤ ਲਿਖ ਕੇ ਚਲੇ ਗਏ। ਜੀ ਉਹ ਕਿੱਥੇ ਗਿਆ ਅਸਗਰ? ਜੀ ਅਸਗਰ ਨੂੰ ਗ੍ਰਿਫਤਾਰ ਕਰਕੇ ਲੈ ਗਏ। ਇੱਥੇ ਹੀ ਰਿਹਾ ਅਸਗਰ? ਜੀ ਇੱਥੇ ਹੀ ਸੀ। ਠੀਕ ਹੈ।
ਤੇ ਕੋਈ ਅਫਸੋਸ ਹੋਇਆ ਤੁਹਾਨੂੰ ਕਿ ਜੀ, ਉਹਨਾਂ ਨੇ ਮੈਨੂੰ- ਤੁਹਾਡੀ ਵਾਈਫ ਨੂੰ ਬੇਦਰਦੀ ਨਾਲ ਕਤਲ ਕਰਤਾ ਉਹਦੇ ਭਰਾ ਨੇ? ਦੇਖੋ ਤਕਲੀਫ ਤਾਂ ਮੈਨੂੰ ਬਹੁਤ ਜ਼ਿਆਦਾ ਹੈ। ਚਲੋ ਮੇਰੇ ਨਾਲ ਜੋ ਹੋਇਆ ਸੋ ਹੋਇਆ, ਲੇਕਿਨ ਮੇਰੇ ਬੱਚੇ ਯਤੀਮ ਨੇ। ਮੈਂ ਬਹੁਤਾ ਨਹੀਂ ਚਾਹੁੰਦਾ, ਮੈਨੂੰ ਇਨਸਾਫ ਚਾਹੀਦਾ। ਸਹੀ ਹੈ। ਮੁਦਈ ਤੁਸੀਂ ਹੋ। ਜੀ, ਮੁਦਈ। ਦਰਖਾਸਤ 'ਚ ਕੀ ਲਿਖਵਾਇਆ ਤੁਸੀਂ? ਪੁਲਿਸ ਨੂੰ ਕੀ ਦੱਸਿਆ ਕਿ ਕਿਉਂ ਮਾਰਤਾ ਇਹਨੇ? ਜੋ ਸਰ ਤੁਹਾਨੂੰ ਦੱਸ ਰਹੇ ਹਾਂ ਇਹੀ ਦੱਸਿਆ ਮੈਂ। ਕੀ ਕਿ ਕੁਝ ਨਹੀਂ ਪਤਾ ਕਿਉਂ ਮਾਰਤਾ? ਜੀ, ਉਹ ਜਾਦੂ ਜੂਦੂ ਦੇ ਵੀ ਕੋਈ ਇਲਜ਼ਾਮ ਲਾਉਂਦਾ ਹੈ ਕਿ ਕੋਈ ਜਾਦੂ ਕਰਦੇ ਸੀ, ਕੀ ਕਰਦਾ ਸੀ, ਕੀ ਕਹਿੰਦਾ ਰਿਹਾ? ਕੀ ਸਾਰਾ- ਕੁਝ ਤੁਹਾਨੂੰ ਕੀ ਪਤਾ ਲੱਗਾ ਹੈ? ਕੋਈ ਤੇ ਗੱਲ ਹੋਏਗੀ ਨਾ, ਐਵੇਂ ਥੋੜੀ ਮਾਰਤਾ ਜਾਂ ਪਹਿਲੇ ਵੀ ਕਤਲ ਕਰਦਾ ਰਿਹਾ ਉਹ ਐਨਜੀ ਨਾਲ ਤੁਹਾਡੇ ਨਾਲ ਤੇ ਕੰਮ ਕਰ ਰਿਹਾ ਨਾ ਇੰਨੇ ਅਰਸੇ ਤੋਂ। 14 ਸਾਲ ਤੋਂ ਤੁਸੀਂ ਐਸੇ ਘਰ 'ਚ ਰਹਿ ਰਹੇ ਹੋ, ਕਿੰਨੇ ਬੰਦੇ ਇੰਜ ਮਾਰ ਚੁੱਕਾ ਉਹ? ਦੇਖੋ ਐਸੀ ਵੈਸੀ ਤੇ ਗੱਲ ਕੋਈ ਨਹੀਂ ਸੀ ਜਾਦੂ ਟੂਣੇ ਵਾਲੀ। ਤੇ ਅਕਸਰ ਚਲੋ ਵੀ ਕਿਤੇ ਬਿਮਾਰ ਵੀ ਹੋ ਜਾਂਦਾ ਸੀ, ਮੇਰੀ ਵਾਈਫ ਨਾਲ ਜਾਂਦੀ ਸੀ, ਦਮ ਸ਼ਮ ਕਰਵਾ ਲੈਂਦੇ ਹਾਂ। ਮੈਂ ਖੁਦ ਬਕਾਇਦਾ ਨਾਲ ਜਾਂਦਾ ਹਾਂ। ਹੋਰ ਤੇ ਐਸੀ ਵੈਸੀ ਕੋਈ ਗੱਲ ਨਹੀਂ ਹੈ, ਨਾ ਕੋਈ ਜਾਦੂ ਟੂਣਾ ਹੈ, ਨਾ ਕੋਈ ਗੱਲ, ਨਾ ਕੋਈ ਬਾਤ ਹੈ। ਸਹੀ ਹੈ। ਜ਼ਿਆਦਤੀ ਕੀਤੀ ਮੁਲਜ਼ਮ ਜੀ ਨੇ? ਬਹੁਤ ਜ਼ਿਆਦਾ ਜਾਤੀ ਹੈ। ਠੀਕ ਹੈ। ਤੇ ਕੀ ਚਾਹੋਗੇ, ਕੀ ਹੋਣਾ ਚਾਹੀਦਾ ਉਹਨੂੰ? ਸਰ ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ, ਚਲੋ ਮੇਰੇ ਨਾਲ ਤੇ ਹੋਇਆ ਸੋ ਹੋ ਗਿਆ, ਲੇਕਿਨ ਮੇਰੇ ਬੱਚੇ ਯਤੀਮ ਨੇ। ਮੈਂ ਇਹ ਚਾਹੁੰਦਾ ਬਸ ਮੈਨੂੰ ਇਨਸਾਫ ਚਾਹੀਦਾ। ਇਨਸਾਫ ਚਾਹੀਦਾ ਜੀ, ਇਨਸਾਫ ਚਾਹੀਦਾ। ਸਜ਼ਾ ਦਿਵਾਓਗੇ? ਜੀ। ਠੀਕ ਹੈ। ਤੇ ਫੈਮਿਲੀ ਵੱਲੋਂ ਕੀ ਕਹਿੰਦੇ ਨੇ? ਫੈਮਿਲੀ ਵਾਲੇ ਕੋਈ ਕਹਿੰਦੇ ਤੇ ਨਹੀਂ ਕਿ ਮਾਫ ਕਰ ਦੋ ਜਾਂ ਕੋਈ? ਜੀ ਕਿਉਂਕਿ ਨਹੀਂ, ਤੁਸੀਂ ਐਸੀ ਵੈਸੀ ਕੋਈ ਗੱਲ ਨਹੀਂ। ਬਾਕੀ ਭਰਾਵਾਂ ਨੇ ਕੀ ਇਜ਼ਹਾਰ ਕੀਤਾ ਜਦੋਂ ਸਭ ਨੂੰ ਪਤਾ ਲੱਗਾ? ਉਹਨਾਂ ਨੇ ਕੋਈ ਗੱਲ ਕੀਤੀ? ਜਿਹੜੇ ਤੁਹਾਡੀ ਸਿਸਟਰ ਦੇ ਭਰਾ ਨੇ ਉਹ ਵੀ ਤੇ ਆਏ ਹੋਣਗੇ ਨਾ? ਹਾਂਜੀ ਸਾਰੇ ਸੇਮ। ਹਾਂ, ਉਹ ਕੀ ਕਹਿੰਦੇ ਨੇ? ਕੋਈ ਨਹੀਂ ਸਰ, ਉਹ ਵੀ ਦੇਖੋ ਮਰਦਈ ਮੈਂ, ਉਹਨਾਂ ਨੇ ਆਖਿਆ ਜੋ ਤੁਹਾਡਾ ਦਿਲ ਕਰਦਾ ਤੁਸੀਂ ਕਰ ਲਓ। ਲੇਕਿਨ ਮੇਰੇ ਨਾਲ ਜਾਸਤੀ ਸੀ, ਮੇਰੇ ਬੱਚਿਆਂ ਨਾਲ ਜਾਸਤੀ ਸੀ, ਮੈਨੂੰ ਇਨਸਾਫ ਚਾਹੀਦਾ। ਸਹੀ ਹੈ। ਤੇ ਵਜ੍ਹਾ ਕੋਈ ਨਹੀਂ ਹੈ ਕਤਲ ਦੀ? ਜੀ ਵਜ੍ਹਾ ਕੋਈ ਨਹੀਂ ਸਰ, ਕੋਈ ਲੜਾਈ ਝਗੜਾ ਨਹੀਂ ਹੋਇਆ? ਕੋਈ ਲੜਾਈ ਝਗੜਾ ਨਹੀਂ। ਐਵੇਂ ਹੀ ਮਾਰਤਾ ਹੈ? ਵਾਈਫ ਮੇਰੀ ਹੈ, ਮੈਂ ਨਾਲ ਰਹਿ ਰਿਹਾ। ਜਾਂ ਤੇ ਮੇਰੀ ਅੱਖਾਂ ਤੋਂ ਕਿਤੇ ਲਾਮੇ ਹੋਵੇ ਫੇਰ ਤੇ ਮੈਂ ਮੰਨਾਂ ਵੀ ਚਲੋ ਉਹਦਾ ਕਸੂਰ ਨਹੀਂ ਤੇ ਇਹਦਾ ਹੋਣਾ ਹੈ। ਲੇਕਿਨ ਮੈਂ ਸਾਹਮਣੇ ਆ, ਕੋਈ ਐਸੀ ਵੈਸੀ ਗੱਲ ਹੀ ਨਹੀਂ। ਲੇਕਿਨ ਉਹ ਬੱਚਿਆਂ ਦੇ ਡਾਂਟਣ ਵਾਲਾ ਬਕੂਆ ਹੁੰਦਾ ਸੀ ਤੁਹਾਡੇ ਬਕੂਆ? ਜੀ ਉਹ ਜ਼ਰੂਰ ਹੁੰਦਾ ਸੀ। ਉਹਦੀ ਵਜ੍ਹਾ ਤੋਂ ਗੁੱਸਾ ਕਰਦਾ ਸੀ ਅਸਗਰ? ਜੇ ਗੁੱਸਾ ਦੇਖੋ ਹੁਣ ਮੇਰੇ ਬੱਚੇ ਨੇ, ਮੈਂ ਵੀ ਡਾਂਟਣਾ। ਦੇਖੋ ਮਾਂ ਪਿਓ ਦਾ ਤੇ ਹੱਕ ਬਣਦਾ ਹੀ ਹੈ। ਹੁਣ ਕੋਈ ਗਲਤ ਕੰਮ ਕੋਈ ਕਰਦਾ ਉਹਨੂੰ ਡਾਂਟਣਾ ਤੇ ਹੈ ਹੀ ਹੈ ਨਾ। ਜਦੋਂ ਅਸੀਂ ਪਾਲ ਰਹੇ ਹਾਂ, ਸਾਰਾ ਕੁਝ ਕਰ ਰਹੇ ਨੇ, ਮੇਰੀ ਵਾਈਫ ਪਾਲਦੀ ਹੈ ਵੀ। ਤੇ ਉਦੋਂ ਗੁੱਸਾ ਕਰਕੇ ਕੀ ਕਹਿੰਦਾ ਸੀ ਅਸਗਰ? ਕੁਝ ਵੀ ਨਹੀਂ, ਕੋਈ ਐਸੀ ਵੈਸੀ ਨਹੀਂ ਸੀ ਗੱਲ ਕਰਦਾ, ਸਾਡੇ ਨਾਲ ਨਹੀਂ ਸੀ ਕਰਦਾ ਕੁਝ ਵੀ। ਕੀ ਫਿਰ ਬੱਚਿਆਂ ਨਾਲ ਕੀ ਕਰਦਾ ਸੀ ਗੱਲ? ਬੱਚਿਆਂ ਨਾਲ ਵੀ ਕੋਈ ਨਹੀਂ ਸੀ। ਤੇ ਫਿਰ ਗੁੱਸਾ ਤੁਹਾਨੂੰ ਕਿਵੇਂ ਪਤਾ ਲੱਗਦਾ ਸੀ ਇਹ ਗੁੱਸਾ ਕਰ ਰਿਹਾ ਕਿ ਇਹਦੇ ਬੱਚੇ ਨੂੰ ਡਾਂਟੇ ਆ? ਸਰ ਸਾਡੇ ਸਾਹਮਣੇ ਤੇ ਬਿਲਕੁਲ ਹੀ ਖੁਸ਼ਹਾਲ, ਸਾਡੇ ਸਾਹਮਣੇ ਗੁੱਸਾ ਕਰਦਾ ਤੇ ਸਾਨੂੰ ਪਤਾ ਲੱਗਦਾ ਨਾ ਗੁੱਸਾ ਕਰ ਰਿਹਾ। ਅਸਗਰ ਦਾ ਮੁੰਡਾ 16-17 ਸਾਲ ਦਾ ਜਵਾਨ, ਉਹ ਕਿੱਥੇ ਗਿਆ? ਸਰ ਉਹਦਾ ਤੇ ਫਿਲਹਾਲ ਕੋਈ ਨਹੀਂ ਸਾਨੂੰ ਪਤਾ ਕਿ ਵੀ ਤਕਰੀਬਨ ਸਾਲ 1.5 ਸਾਲ ਹੋ ਗਿਆ। ਅੱਛਾ, ਜੀ ਸਾਲ 1.5 ਸਾਲ ਹੋ ਗਿਆ, ਉਹ ਚਲਾ ਗਿਆ? ਜੀ ਚਲਾ ਗਿਆ। ਤੇ ਉਹ ਕਹਿੰਦਾ ਕਿ ਉਹ ਐਸੇ ਵਜ੍ਹਾ ਤੋਂ ਗਿਆ ਕਿ ਉਹ ਮਾਰਦੇ ਸੀ ਉਹਨੂੰ, ਜਾਂ ਮਤਲਬ ਤਸ਼ੱਦਦ ਜਾਂ ਲੜਦੇ ਲੁੜਦੇ ਸੀ ਉਹਦੇ ਨਾਲ, ਤੇ ਉਹ ਚਲਾ ਗਿਆ ਘਰੋਂ? ਨਹੀਂ ਸਰ, ਸਾਡੇ ਨਾਲ ਤੇ ਕੋਈ ਲੜਾਈ ਝਗੜਾ ਨਹੀਂ ਹੈ ਜੀ। ਨਾ ਮੇਰੀ ਵਾਈਫ ਨਾਲ ਤੇ ਨਾ ਮੇਰੇ ਨਾਲ। ਤੇ ਇਹ ਹੋ ਕਿਵੇਂ ਗਿਆ? ਕਿ ਕੀ ਲੱਗਦਾ ਤੁਹਾਨੂੰ ਕਿਵੇਂ ਹੋ ਗਿਆ ਸਭ ਕੁਝ? ਖੌਫਨਾਕ ਵਾਰਦਾਤ, ਇੱਕ ਭਰਾ ਨੇ ਆਪਣੀ ਭੈਣ ਨੂੰ ਕਿਉਂ ਕਤਲ ਕਰਤਾ? ਇਹਦੇ ਪਿੱਛੇ ਕੀ ਵਜ੍ਹਾ ਹੋ ਸਕਦੀ? ਖੌਫਨਾਕ ਤੇ ਵਾਕਈ ਹੈ ਸਰ। ਮੈਂ ਤੇ ਤਾਂ ਹੀ ਕੁਛ ਕਹਿ ਵੀ ਕੀ ਸਕਣਾ ਜਦੋਂ ਮੇਰੇ ਕੋਲ ਖੁਸ਼ਹਾਲ ਬੈਠੇ ਨੇ, ਸਾਰਾ ਕੁਝ ਕੀਤਾ ਹੈ, ਮੈਂ ਜਾ ਕੇ ਲੇਟਿਆ ਵਾਂ, ਸਹੀ ਸਨ ਬਿਲਕੁਲ। ਤੇ ਕਤਲ ਵੀ ਕੀਤਾ ਅਸਗਰ ਨੇ ਕਿ ਕੋਈ ਹੋਰ ਕਰ ਗਿਆ? ਨਹੀਂ ਅਸਗਰ ਨੇ ਕੀਤਾ। ਇਹ ਪਤਾ ਹੈ? ਜੀ। ਇਹ ਕਿਵੇਂ ਤੁਹਾਨੂੰ ਪਤਾ ਹੈ? ਸਰ ਜਦੋਂ ਮੈਂ ਆਇਆ ਤੇ ਉਹ ਤੇ ਖਲੋਤੇ ਆ ਉਹਦੀ ਭੈਣਾਂ ਕੋਲ। ਤੇ ਹੋ ਸਕਦਾ ਉਹ ਕੱਢ ਰਿਹਾ ਹੋਵੇ, ਕਈ ਕੋਈ ਹੋਰ ਮਰ ਗਿਆ ਹੋਵੇ। ਨਹੀਂ, ਉਹਨੇ ਹੀ ਕੀਤਾ ਕਤਲ? ਉਹਨੇ ਕੀਤਾ। ਤੇ ਲੇਕਿਨ ਵਜ੍ਹਾ ਕੋਈ नहीं? वजह कोई नहीं। ठीक है नाजरीन, ये मकतूला के शोहर हैं और मुद्दई मुकदमा है, इनके बकौल इस कत्ल की कोई वजह नहीं है। असल हकायक हैं क्या, ये पुलिस की ज़ुबानी भी सुनाएंगे और मज़ीद रिश्तेदारों की भी ज़ुबानी सुनाएंगे कि क्यों आखिरकार एक भाई ने अपनी ही बहन को बेदर्दी के साथ मौत के घाट उतार दिया।
नाज़रीन, सियालकोट के इलाका माजरा खुर्द में हुई कत्ल की खौफनाक वारदात। भाई ने अपनी बहन को सोते हुए में कईयों के वार करके मौत के घाट उतार दिया। असल वकुआ है क्या? हमारे साथ मकतूला के भाई और वो जो कातिल था उसके भी बड़े भाई मौजूद हैं, उन्हीं की ज़ुबानी जान लेते हैं कि क्यों अब भाई ने ही अपनी बहन को कत्ल कर दिया बेदर्दी के साथ। भाई, बड़ा अफसोसनाक वाक़या है। की करते हो तुसी? ਮੈਂ ਮਜ਼ਦੂਰੀ ਇੱਕ ਸਕੂਲ ਸਫਾਈ ਕਰਨਾ ਵਾ ठीक है, ਇੱਥੇ ਹੀ ਰਹਿੰਦੇ ਹੋ? ਇੱਥੇ ਰਹਿਣਾ ਇਹ ਨਾਲ ਦਾ ਘਰ ਹੈ ਕਿ ਉਹੀ ਵਾਲਾ ਘਰ ਹੈ? ਨਾਲ ਦਾ ਪਰਲਾ ਘਰ ਮੇਰਾ ਵਾ। ਪਰਲਾ ਘਰ ਤੁਹਾਡਾ? ਜਾਂ ਕੋਈ ਦੇਗਾ ਪਕਾਉਣ ਦਾ ਵੀ ਕੰਮ ਮੈਂ ਜਾਣਨਾ ਠੀਕ ਹੈ। ਕਰਨਾ। ਅਸਗਰ ਛੋਟਾ ਹੈ ਤੁਹਾਡੇ ਤੋਂ ਵੱਡਾ? ਹਾਂਜੀ ਮੇਰੇ ਤੋਂ ਛੋਟਾ ਹੈ, ਕਾਫੀ ਛੋਟਾ ਹੈ, ਤੀਸਰੇ ਤਾਂ ਛੋਟਾ ਵਾ। ਅੱਛਾ, ਸਹੀ ਹੈ। ਤੇ ਕੀ ਹੋ ਗਿਆ ਹੈ ਸਾਰਾ ਮਾਮਲਾ? ਕੀ ਸਰ ਜੀ- ਤਨਾਜ਼ਾ ਕੀ ਚੱਲ ਰਿਹਾ ਸੀ ਇਹਨਾਂ ਦਾ? ਕੋਈ ਤਨਾਜ਼ਾ ਨਹੀਂ ਸੀ, ਦੋਵਾਂ ਭੈਣਾਂ ਭਰਾਵਾਂ 'ਚ ਆਪੇ ਸਲੂਕ ਵੀ ਬੜਾ ਸੀ। ਅੱਛਾ, ਉਸ ਦਿਨ ਵੀ ਸਾਰਾ ਦਿਨ ਇੱਥੇ ਬਾਲਣ ਲਿਆ ਕੇ ਲਾਇਆ ਸੂਰੜੀ ਤੇ, ਫਿਰ ਸਾਰਾ ਦਿਨ ਢੋਕ ਤੋਂ ਛੱਤ ਚਾੜਦੇ ਰਹੇ ਨੇ। ਠੀਕ ਹੈ। ਭੈਣ ਇੱਥੇ ਹੀ ਰਹਿੰਦੀ ਸੀ? ਇੱਥੇ ਹੀ ਰਹਿੰਦੀ ਜਿਉਂ ਦੀ ਸ਼ਾਦੀ ਹੋਈ ਨਾ ਹੂੰ। ਇੱਥੇ ਹੀ ਰਹਿੰਦੀ ਸੀ। ਅੱਛਾ ਕਦੀ ਕੋਈ 2-4 ਦਿਨ ਵਾਸਤੇ ਸਸੁਰਾਲ ਚਲੀ ਗਈ, ਨਹੀਂ ਤੇ ਨਹੀਂ ਇੱਥੇ ਹੀ ਰਹਿੰਦੇ ਸਨ। ਅੱਛਾ। ਤੇ ਕੋਈ ਲੜਾਈ ਝਗੜਾ ਨਹੀਂ ਸੀ, ਕੋਈ ਕਿਸੇ ਕਿਸਮ ਦੀ ਵਜ੍ਹਾ ਹੀ ਨਹੀਂ ਸੀ। ਹੂੰ। ਵੱਲਾ ਆਲਮ ਕਿਸ ਵਜ੍ਹਾ ਤੋਂ ਮੱਲੇ ਕੋਈ ਨਾ ਕੋਈ ਤੇ ਹੁੰਦਾ ਹੋਏਗਾ, ਕੋਈ ਇਸ਼ੂ, ਕੋਈ ਬੱਚਿਆਂ ਬੁੱਚਿਆਂ ਦਾ। ਉਹ ਪੁਲਿਸ ਨੂੰ ਦੱਸਦਾ ਹੈ ਕਿ ਕੋਈ ਤੰਗੀ ਸੀ, ਬੱਚਾ ਇੱਕ ਚਲਾ ਗਿਆ ਉਹਦਾ, ਕੋਈ 2 ਸਾਲ ਤੋਂ ਗਿਆ ਹੈ, ਜਿਹੜਾ 16-17 ਸਾਲ ਦਾ ਬੱਚਾ ਸੀ। ਸਰ ਜੀ ਵਜ੍ਹਾ ਕਿ ਫੁੱਫੀ ਜਾਂ ਮਾਮਾ ਚਾਚਾ ਤਾਇਆ ਕਿਸੇ ਵਜ੍ਹਾ ਤੋਂ ਧੀ ਪੁੱਤ ਨੂੰ ਡਾਂਟ ਵੀ ਲੈਂਦਾ ਜੀ। ਬਾਕੀ ਇਸ ਚੀਜ਼ ਦਾ ਉਹਨੇ ਵੀ ਕਦੇ ਇਤਰਾਜ਼ ਨਹੀਂ ਸੀ ਕੀਤਾ ਹੂੰ। ਕਿ ਕਿਉਂ ਮਿਰਚਾਂ ਨੂੰ ਉਤਰਾਇਆ ਜਾਂ ਕਿਉਂ ਮਾਰਿਆ ਅਸਗਰ ਨੇ? ਅਸਗਰ ਨੇ। ਠੀਕ ਹੈ। ਤੇ ਇਹ ਮਾਰਨ ਦੀ ਵਜ੍ਹਾ ਦੀ ਸਮਝ ਨਹੀਂ ਆਈ। ਉਹ ਜੋ ਮੇਰੇ ਸਾਹਮਣੇ ਉਹਦੇ DSP ਨੇ ਉਹਦੇ ਕੋਲ ਸਵਾਲ ਜਵਾਬ ਪੁੱਛਿਆ ਥੋੜ੍ਹਾ ਜਿਹਾ। ਹੂੰ। ਫਿਰ ਮੈਨੂੰ ਲਾਂਭੇ ਕਰਕੇ ਉਹਨੇ ਆਖਿਆ ਭਾਈ ਜੀ ਇਹ ਦਿਮਾਗੋਂ ਹਿੱਲਿਆ ਥੋੜ੍ਹਾ ਜਿਹਾ, ਇਹਦਾ ਕੋਈ ਮੈਡੀਕਲ ਕਰਾਓ, ਹੂੰ। ਇਹਦਾ ਦਿਮਾਗ ਨਹੀਂ ਕੰਮ ਕਰਦਾ ਪਿਆ। ਨਹੀਂ, ਤੁਹਾਡੇ ਨਾਲ ਇੰਨੇ ਦੇਰ ਤੋਂ ਰਹਿੰਦਾ ਰਿਹਾ, ਤੁਹਾਨੂੰ ਨਹੀਂ ਲੱਗਦਾ ਕਿ ਉਹਦਾ ਦਿਮਾਗ ਹਿੱਲਿਆ? ਕਿ ਇਸ ਵਾਰਦਾਤ ਤੋਂ ਬਾਅਦ ਲੱਗਦਾ ਤੁਹਾਨੂੰ ਕਿ ਹਿੱਲਿਆ? ਇਸ ਤੋਂ ਪਹਿਲਾਂ ਵੀ ਅੱਜ ਤੋਂ ਨਾ ਕੁਝ ਸਾਲ ਪਹਿਲੇ ਹਾਂ। ਉਹਨੇ ਗੋਲੀਆਂ ਖਾਧੀਆਂ ਸਨ ਤੇ ਵੱਲਾ ਆਲਮ ਕੀ ਟੈਨਸ਼ਨ ਸੀ ਉਹਨੂੰ ਕਿਉਂ ਖਾਧੀਆਂ। ਤੇ ਉਹ ਤੋਂ ਮਹਿਸੂਸ ਹੁੰਦਾ ਹੈ ਕਿ ਉਹ ਜਦੋਂ ਮਤਲਬ ਕਿ ਕੋਈ ਪ੍ਰੋਬਲਮ ਬਣਦੀ ਸੀ, ਕੋਈ ਜ਼ਿਹਨ 'ਤੇ ਕੋਈ ਬੋਝ ਜਿਹਾ ਮਹਿਸੂਸ ਹੁੰਦਾ ਸੀ ਤਾਂ ਉਦੋਂ ਕੋਈ। ਬੱਚੀ ਦਾ ਵੀ ਕਹਿੰਦਾ ਕਿ ਬੱਚੀ ਨੂੰ ਮਾਰਦੇ ਸੀ, ਪਤਾ ਨਹੀਂ ਕਿ ਕੋਈ ਉਹਦੀ ਬੇਟੀ ਨੂੰ। ਸਰ ਜੀ ਤੁਹਾਨੂੰ ਦੱਸਿਆ ਨਾ ਕਿ ਬੱਚਿਆਂ ਨੂੰ ਮਾਰਨ ਡਾਂਟਣ ਦਾ ਉਹਨੇ ਅੱਜ ਤੱਕ ਕੁਛ ਉਹ ਨਹੀਂ ਕੀਤਾ, ਹੂੰ। ਕੁਛ ਸ਼ਿਕਵਾ ਨਹੀਂ ਕੀਤਾ ਕਿ ਮੇਰੇ ਬੱਚਿਆਂ ਨੂੰ ਕਿਉਂ ਮਾਰਿਆ, ਕਿਉਂ ਨਹੀਂ। ਸਾਡੇ ਸਾਹਮਣੇ ਤਾਂ ਕੋਈ ਨਹੀਂ ਉਹਨੇ ਕਦੇ ਇਸ ਚੀਜ਼ ਦਾ ਇਤਰਾਜ਼ ਕੀਤਾ। ਹੂੰ। ਅੱਗੋਂ ਵਾਲਾ ਆਲਮ ਅੰਦਰ ਕੋਈ ਨੇ ਕੋਈ ਅਗਲਾ ਸ਼ਿਕਵਾ ਰੱਖਿਆ ਹੋਵੇ ਜਾਂ ਸਾਡੇ ਸਾਹਮਣੇ ਨੂੰ ਕੋਈ ਕਿਵੇਂ ਇਤਰਾਜ਼ ਪਤਾ ਲੱਗਾ ਤੁਹਾਨੂੰ ਇਹ ਹੋ ਗਿਆ? ਅਸੀਂ ਛੱਤ 'ਤੇ ਸੁੱਤੇ ਸਾਂ। ਹੂੰ। ਉਹ ਅਸਗਰ ਦੀ ਬੱਚੀ ਹੈ, ਉਹ ਜਦੋਂ ਇਹਨੇ ਕਈ ਸਿਰ 'ਚ ਮਾਰੀ ਹੈ ਤਾਂ ਉਹ ਮੰਜੀ ਦਾ ਸਿਰ ਵੀ ਟੁੱਟ ਗਿਆ। ਉਹ ਜਦੋਂ ਆਵਾਜ਼ ਆਈ ਤਾਂ ਕੋਲ ਹੀ ਸੁੱਤੀ ਸੀ ਉਹ ਬੱਚੀ ਵੀ। ਉਹ ਉੱਠ ਕੇ ਤਾਂ ਉਹਨੇ ਕਈ ਖੋਈ ਪਿਓ ਕੋਲੋਂ ਤੇ ਅੱਬੂ ਜੀ ਕੀ ਕੀਤਾ ਜਦੋਂ ਆ ਭੈਣ ਨੂੰ ਮਾਰਿਆ ਕਿਉਂ ਹੈ, ਜੇ ਨਹੀਂ ਸੀ ਵਾਰੀ ਤੈਨੂੰ ਘਰੋਂ ਕੱਢ ਹਟਣਾ ਸੀ ਹੂੰ। ਜਾਂ ਉਹਦੇ ਤਾਂ ਮੈਨੂੰ ਮਾਰ ਹਟਣਾ ਸੀ, ਇਹਨੂੰ ਕਿਉਂ ਮਾਰਿਆ ਜੇ। ਹੂੰ। ਤੇ ਜਦੋਂ ਰੋਣ ਚੀਕਣ ਲੱਗ ਪਈ ਤੇ ਛੱਤ ਉੱਠ ਕੇ ਤੇ ਦੱਸਿਆ ਥੱਲੇ। ਹੂੰ। ਸਾਨੂੰ ਪਤਾ ਸੀ ਵਡੇਰੀ ਮਾਂ ਹੈ, ਹੋਰ ਬਹੁਤ ਹੋ ਗਏ ਨੇ, ਬਿਮਾਰ ਵੀ ਸਨ ਤੋਂ ਜੀ ਵਡੇਰੀ। ਤੁਸੀਂ ਇਹ ਸਮਝੇ ਹੋ ਹਾਂਜੀ। ਕਿ ਵਾਲਦਾ ਫੌਤ ਹੋ ਗਏ ਨੇ? ਹਾਂਜੀ, ਅਸੀਂ ਛੱਤ ਤੋਂ ਥੱਲੇ ਆਏ ਹਾਂ ਤਾਂ ਅੱਗੋਂ ਇਹ ਸਾਡਾ ਆਪਣੀ ਬਣਵਾਈ ਤੇ ਮੇਰਾ ਛੋਟਾ ਬੇਟਾ ਇਹ ਵੀ ਛੱਤ ਤੋਂ ਪਹਿਲਾਂ ਸਾਡੇ ਤੋਂ ਅੱਗੇ ਥੱਲੇ ਆ ਗਿਆ। ਅੱਛਾ। ਇਹ ਮੋਟਰਸਾਈਕਲ ਲੈ ਕੇ ਤੇ ਨਿਕਲੇ ਨੇ, ਮੋਟਰਸਾਈਕਲ ਲੈ ਕੇ ਸਾਹਮਣੇ ਟੁਰ ਗਏ ਨੂੰ। ਕੋਸਵੇ ਨਾਲ ਗੱਡੀ ਢੂੰਡਣੀ ਮੁਨਾਸਬ ਨਹੀਂ ਸਮਝਿਆ ਕਿ ਗੱਡੀ ਢੂੰਡਾਂ ਦੇ ਕਿਸੇ ਦਾ ਦਰਵਾਜ਼ਾ ਖੜਕਾਵਾਂ ਦੇ 3:30 ਵਜੇ। ਕੌਣ ਲੈ ਕੇ ਗਿਆ ਹਸਪਤਾਲ? ਮੇਰਾ ਛੋਟਾ ਬੇਟਾ ਤੇ ਬਣਵਾਈ ਮੇਰਾ। ਠੀਕ ਹੈ। ਇਹ ਦੋਵੇਂ ਮੋਟਰਸਾਈਕਲ ਤੇ ਲੈ ਗਏ ਨੇ। ਅੱਛਾ। ਤੇ ਤੋ ਅਸਗਰ ਤੇ ਉੱਥੇ ਹੀ ਖਲੋਤਾ ਰਿਹਾ? ਅਸਗਰ ਉੱਤੇ ਤੋ ਖਲੋਤਾ। ਅਸਗਰ ਨਾਲ ਕੀ ਗੱਲਾਂ ਹੋਈਆਂ ਉਸ ਟਾਈਮ ਤੁਹਾਡੀਆਂ? ਮੈਂ ਸਿਰੋਂ ਇਹਨਾਂ ਨੂੰ ਕਿਹਾ ਕਿ ਬੇਵਕੂਫ ਹੈ, ਕੀ ਪਾਗਲਪਨ ਕੀਤਾ ਜੀ। ਹਾਂ। ਅੱਗੋਂ ਬੋਲਿਆ ਚੱਲੇ ਕੋਈ ਨਹੀਂ, ਚੁੱਪ ਦਾ ਚੁੱਪ ਹੀ ਰਿਹਾ ਵਾ, ਖਮੋਸ਼ ਰਿਹਾ? ਖਮੋਸ਼ ਹੀ ਰਿਹਾ। ਹੱਥ ਚੁੱਕੀ ਫੜਿਆ ਸੀ ਉਹਨੇ? ਉਹ ਬੱਚੀ ਨੇ ਖੋ ਕੇ ਪਰਾਂ ਧਰ ਲਈ ਸੀ। ਅੱਛਾ। ਉਹੀ ਕਹੀ ਸੀ ਉਹਨੇ, ਇੱਕੋ ਹੀ ਕਈ ਮਾਰੀ ਸਿਰ ਵਿੱਚ, ਇੱਕੋ ਹੀ ਮਾਰੀ? ਇੱਕੋ ਹੀ ਮਾਰੀ ਗਿਆ, ਸੁੱਤੀ ਨੂੰ ਆ ਕਈ ਮਾਰੀ, ਬਸ ਉਹੀ ਸੁੱਤੀ ਨੂੰ ਮਾਰਤੀ? ਸੁੱਤੀ ਨੂੰ। ਤੇ ਬੋਲਿਆ ਕੁਛ ਨਹੀਂ ਅਸਗਰ? ਨਹੀਂ ਕੋਈ ਨਹੀਂ ਬੋਲਿਆ। ਅੱਛਾ। ਉਹੀ ਮੰਜੀ ਦਾ ਸਿਰ ਟੁੱਟਿਆ ਤਾਂ ਬੱਚੀ ਨੂੰ ਜੋ ਖੁਰਾਕ ਆਇਆ ਨਾਲ ਹੀ ਮੰਜੀ ਤੇ ਸੁੱਤੀ ਸੀ। ਤੇ ਕਿੰਨੀ ਦੇਰ ਤੁਹਾਡੇ ਕੋਲ ਉੱਥੇ ਹੀ ਰਿਹਾ ਅਸਗਰ? ਅਸਗਰ ਤੇ ਪੁਲਿਸਾਂ ਨੇ ਫੜ ਖੜਿਆ, ਇੱਥੇ ਹੀ ਰਿਹਾ ਪਤ ਜਾਣੇ। ਪੁਲਿਸ ਕਿੰਨੀ ਦੇਰ ਚ ਆਈ? ਤਕਰੀਬਨ 8-8:30 9 ਵਜੇ ਨਾਲ। ਤੇ ਵਾਰਦਾਤ ਹੋਈ ਹੈ 3 ਵਜੇ? ਹਾਂ 3:30 ਵਜੇ ਨਾਲ। 3:30 ਤੋਂ 8:30 9 ਵਜੇ 6 ਘੰਟੇ ਬਣਦੇ ਨੇ ਤਕਰੀਬਨ। ਘਰ ਹੀ ਰਿਹਾ ਵਾ। ਮਤਲਬ 5.5 ਘੰਟੇ। ਤੇ ਹਾਂਜੀ। ਘਰ ਕੀ ਕੋਈ ਗੱਲ ਬਾਤ ਕੋਈ ਨਹੀਂ ਗੱਲ ਹੁੰਦੀ ਨਹੀਂ ਸੋ ਕੀਤੀ, ਕਿਸੇ ਕਿਸਮ ਦੀ ਚੁੱਪ ਦਾ ਚੁੱਪ ਹੀ ਰਿਹਾ ਵਾ। ਤੇ ਤੁਸੀਂ ਕੋਈ ਗੱਲਾਂ ਗੁੱਲਾਂ ਕਰਦੇ ਰਹੇ? ਸਰ ਜੀ ਮੇਰਾ ਤਾਂ ਆਪਣਾ ਵੀ ਦਿਮਾਗ ਉਹਦੇ ਨਾਲ, ਮੈਂ ਤਾਂ ਆਪੀ ਜਿਵੇਂ ਮਰਨਾ ਨਹੀਂ ਹੋ ਜਾਂਦਾ, ਮੇਰਾ ਜਿਸਮ ਕੰਮ ਛੱਡ ਗਿਆ ਸੀ, ਮੈਂ ਨਾਲ ਦੇ ਨਾਲ ਜਗ ਲੇਟ ਗਿਆ। ਉਸ ਤੋਂ ਬਾਅਦ ਜੇ ਪੁਲਿਸ ਆ ਗਈ, ਫਿਰ ਪੁਲਿਸ ਦੇ ਨਾਲ ਫਿਰ ਅੱਗੇ ਪਿੱਛੇ ਨਿਕਲਣਾ ਤੇ ਆਈ ਸੀ ਨਾ। ਪੁਲਿਸ ਨੂੰ ਇਤਲਾਹ ਕਿੰਨੇ ਦਿੱਤੀ? ਮੈਂ ਹੀ ਫੋਨ ਕੀਤਾ ਸੀ। ਕਦੋਂ?
ਤਕਰੀਬਨ 8 8:30 ਵਜੇ ਨਾਲ। ਸੁਬਾਹ ਕੀਤਾ ਫੋਨ? ਹਾਂਜੀ ਉਸੇ ਟਾਈਮ ਨਹੀਂ ਕੀਤਾ ਜਿਸ ਟਾਈਮ ਨਹੀਂ, ਵਾਰਦਾਤ? ਉਸ ਟਾਈਮ ਇਹ ਨਾ ਕਿ ਬੱਚੀ ਨੂੰ ਲੈ ਕੇ ਸਮਝਾ ਟੁਰ ਗਏ। ਕਿੰਨੇ ਵਜੇ ਦਾ ਟਾਈਮ ਸੀ ਜਦੋਂ ਕਤਲ ਕੀਤਾ ਉਹਨੇ? 3:30 ਵਜੇ। 3:30 ਵਜੇ? ਹਾਂਜੀ। ਅੱਛਾ। ਇਹ ਦੋਵੇਂ ਬੱਚੇ ਲੈ ਕੇ ਤੇ ਬਣਵਾਈ ਵੀ ਤੇ ਬੱਚਾ ਮੇਰਾ ਵੀ ਲੈ ਕੇ ਹਸਪਤਾਲ ਟੁਰ ਗਏ ਤੇ ਮੈਂ ਤਾਂ ਕਿ ਸਿਵਲ ਹਸਪਤਾਲ ਗਏ ਨੇ, ਉੱਥੇ ਹੀ ਸਾਰਾ ਮਤਲਬ ਉਹਨਾਂ ਕਾਰਵਾਈ ਕਰ ਲੈਣੀ ਹੈ। ਅੱਛਾ। ਹਸਪਤਾਲ ਇਹਨਾਂ ਨੂੰ ਕਿਹਾ ਜੀ ਤੁਸੀਂ ਮੈਯਤ ਉੱਥੇ ਹੀ ਲੈ ਜਾਵੋ, ਮੌਕੇ ਵਾਰਦਾਤ ਤੇ ਪੁਲਿਸ ਵਾਲੇ ਉੱਥੇ ਜਾਉਂਦੇ ਤੇ ਕਾਰਵਾਈ ਪਾ ਲੈਂਦੇ। ਇੱਥੋਂ ਫਿਰ ਉਹ ਜਦੋਂ ਵਾਪਸ ਲੈ ਕੇ ਆਏ ਨੇ ਫਿਰ ਮੈਂ ਮਹਿਸੂਸ ਕੀਤਾ ਕਿ ਪੁਲਿਸ ਵਾਲਿਆਂ ਨੂੰ ਬੁਲਾਉਣਾ ਚਾਹੀਦਾ ਇੱਥੇ। ਫਿਰ ਫੋਨ ਕੀਤਾ ਪੁਲਿਸ ਵਾਲਿਆਂ ਨੂੰ, ਫਿਰ ਪੁਲਿਸ ਵਾਲੇ ਆਏ, ਨਾਲ DSP ਵੀ ਆਇਆ ਤੇ ਉਹਨਾਂ ਸਾਰਾ ਮਤਲਬ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਵੇ ਤੇ ਉਹਦੇ ਕੋਲ ਸਵਾਲ ਜਵਾਬ ਕਿਸੇ ਨੇ ਵੀ ਨਹੀਂ ਪੁੱਛਿਆ ਉਹਦੇ ਕੋਲੋਂ, ਮਤਲਬ ਘਰ ਚੋਂ ਬੱਚੀ ਨਹੀਂ ਨੇ? ਪੁੱਛਦੇ ਰਹੇ ਨੇ, ਚੁੱਪ ਦਾ ਚੁੱਪ ਹੀ ਰਿਹਾ ਹੋਵੇ, ਕੋਈ ਗੱਲ ਨਹੀਂ? ਕੋਈ ਗੱਲ ਨਹੀਂ ਕੀਤੀ। ਲੇਕਿਨ ਹੁਣ ਤੇ ਗੱਲਾਂ ਕਰਦਾ ਉਹ। ਜ਼ਾਹਿਰ ਹੁਣ ਪੁਲਿਸ ਵਾਲੇ ਮੁਲਾਜ਼ਮ ਪੁੱਛਦੇ ਨੇ, ਹੁਣ ਤੇ ਕਰਦਾ ਹੋਵੇਗਾ। ਹਾਂ। ਅਸੀਂ ਤਾਂ ਉਸ ਦਿਨ ਬਾਹਰ ਮਗਰ ਵੀ ਨਹੀਂ ਗਏ ਉਹਦੇ। ਸਹੀ ਹੈ। ਤੇ ਕੀ ਜ਼ਿਆਦਤੀ ਕੀਤੀ ਉਹਨੇ? ਸਰ ਜ਼ਿਆਦਤੀ ਇੱਕ ਭੈਣ ਨੇ ਸਾਰੀ ਜ਼ਿੰਦਗੀ ਮਤਲਬ ਕਿ ਇਹਦੇ ਬੱਚਿਆਂ ਵਾਸਤੇ ਜਾਂ ਮਾਂ ਵਾਸਤੇ ਉਮਰ ਗੁਜ਼ਾਰ ਖੜੀ ਹੈ, ਆਪਣਾ ਘਰ ਨਹੀਂ ਬਣਾਇਆ ਤੇ ਉਹਨੂੰ ਬੇਵਜ੍ਹਾ ਮਾਰਨਾ ਹੈ ਤੇ ਜ਼ਿਆਦਤੀ ਹੈ ਨਾ। ਸਜ਼ਾ ਹੋਣੀ ਚਾਹੀਦੀ। ਹਾਂਜੀ ਜ਼ਾਹਿਰ ਸਜ਼ਾ ਹੋਣੀ ਚਾਹੀਦੀ। ਬਾਕੀ ਕਿ ਉਂਝ ਠੀਕ ਹੈਗਾ ਸੀ, ਉਹ ਕੰਮ ਸ਼ਮ ਕਰਦਾ ਸੀ, ਐਂ ਤਾਂ ਪਹਿਲੇ ਕੋਈ ਦੀ ਕੰਮ ਨਹੀਂ ਕੀਤਾ ਉਹਨੇ? ਹਾਂ, ਉਸ ਤੋਂ ਪਹਿਲਾਂ ਬੀਬੀ ਨੂੰ ਮਾਰਿਆ ਸੀ ਕੋਈ 10 ਤੋਂ 12 ਸਾਲ ਪਹਿਲੇ, 12 13 14 ਸਾਲ। ਆਪਣੀ ਬੀਵੀ ਨੂੰ? ਆਪਣੀ ਬੀਬੀ ਨੂੰ ਕਤਲ ਕੀਤਾ ਸੀ? ਉਹਨੂੰ ਵੀ ਇਸ ਤਰ੍ਹਾਂ ਕਈ ਕੁੱਤਾ ਵੜਾ ਜਾਂ ਕਈ ਜੈਸਾ ਕੋਈ ਚੀਜ਼ ਮਾਰ ਕੇ ਮਾਰਿਆ ਸੀ। ਮਰ ਗਈ ਸੀ ਉਹ? ਉਹ ਬਚ ਗਈ ਹੈ, ਬਾਕੀ ਮਰ ਜਾਂਦੀ ਤੇ ਬਿਹਤਰ ਸੀ, ਉਹ ਦਿਮਾਗੀ ਦਵਾਜ਼ਨ ਖੋ ਬੈਠੀ ਹੈ। ਅੱਛਾ। ਤੇ ਉਦੋਂ ਸਾਡਾ ਚਾਚਾ ਹੀ ਸਕਾ, ਉਹਨੇ ਆਖਿਆ ਕਿ ਹੁਣ ਇੱਕ इस न्यूज अपडेट को आप तक पहुंचाने के लिए तावन किया है Something more? Urban City Lahore 042 111 666 888। गवर्नर खैबर पख्तूनख्वा की सदर काफिक चौधरी शुजात से मुलाकात हुई। फैसल करीम कुंडी ने चौधरी शुजात हुसैन की सेहत के लिए नेक तमन्नाओं का इजहार किया। चौधरी शुजात ने कहा वफाक और सूबों के दरमियान आहंगी बहुत ज़रूरी है। फैसल करीम कुंडी ने कहा रियासती इदारों के बारे में गलत फहमियाँ पैदा करने वाले मुहिब्बे वतन नहीं हो सकते। खसरा की वबा जोर पकड़ गई। रवां साल पंजाब में खसरे के 3000 से ज़ायद तस्दीक शुदा मरीज सामने आ गए। सूबा में रवां साल 18 अफराद जाँ बहक, मुख्तलिफ हस्पतालों में 900 से ज़ायद मरीज ज़ेर इलाज। और प्रॉपर्टी के खरीदारों के लिए बड़ी सहूलत। लैंड स्टार मार्केटिंग ने एक ही छत तले बड़े हाउसिंग प्रोजेक्ट को जमा कर दिया। एक्सपो सेंटर में प्रॉपर्टी मेले के दूसरे रोज 25 से ज़्यादा हाउसिंग सोसाइटीज़ ने अपने स्टॉल्स लगाए। सरमायाकारों और शहरियों की बड़ी तादाद ने एक्सपो सेंटर का रुख किया। आइए चलते हैं प्रोग्राम के बकिया हिस्से की तरफ। ਧੀ ਤੇ ਜਿਹੜੀ ਉਹ ਜੋ ਹੋ ਗਿਆ ਇਹ ਭਤਰੀਏ ਨੇ ਪੁੱਤਰ ਨੇ ਉਹ ਤੇ ਵਾਪਸ ਨਹੀਂ ਆ ਸਕਦੀ ਤੇ ਇਹਨਾਂ ਨੂੰ ਮੈਂ ਮਤਲਬ ਕਿ ਮੌਤ ਦੇ ਮੂੰਹ ਤੇ ਸੜਾ। ਉਹ ਰਿਸ਼ਤੇਦਾਰੀ ਸੀ ਜਿਹਦੇ ਨਾਲ ਸ਼ਾਦੀ ਹੋਈ ਸੀ? ਸਕਾ ਚਾਚਾ ਹੀ ਜਿਹਦੀ ਧੀ ਸੀ। ਤਲਾਕ ਲੈ ਲਈ ਫਿਰ ਉਹਨਾਂ ਨੇ? ਆਪ ਜੋ ਦਿਮਾਗੀ ਤਵਾਜ਼ਨ ਨਹੀਂ ਸੀ ਤੇ ਰਹਿੰਦੀ ਨਹੀਂ ਸੀ ਤੇ ਤਲਾਕ ਦੇ ਘੜੀ ਤਲਾਕ ਹੋ ਗਿਆ ਕਿਉਂਕਿ ਇੱਥੇ ਰਹਿੰਦੀ ਨਹੀਂ ਸੀ, ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੀ ਸੀ, ਸਾਡੇ ਬੱਚਿਆਂ ਨੂੰ ਵੀ, ਤੇ ਇਸ ਕਰਕੇ ਉਹਨੂੰ ਤਲਾਕ ਦੇ ਘੜੀ। ਐਨੇ ਉਹਦੇ ਤੇ ਵੀ ਹਮਲਾ ਕੀਤਾ ਸੀ? ਹਾਂਜੀ, ਉਹਦੇ ਤੇ ਵੀ ਹਮਲਾ ਆਪਣੀ ਬੀਬੀ ਤੇ? ਹਾਂਜੀ। ਸਹੀ। ਤੇ ਹੁਣ ਮੁਤਾਲਬਾ ਤਾਂ ਡੈ ਕੇ ਇਹਨੂੰ ਸਜ਼ਾ ਹੋਣੀ ਚਾਹੀਦੀ? ਹਾਂਜੀ ਜ਼ਾਹਿਰ ਸਜ਼ਾ ਹੋਣੀ ਚਾਹੀਦੀ, ਉਹਨੇ ਕਤਲ ਕੀਤਾ, ਜ਼ੁਲਮ ਕੀਤਾ। नाज़रीन, मज़ीद अहले इलाका भी हमारे साथ मौजूद है, उनकी ज़ुबानी जान लेते हैं कि अफसोसनाक वाक़या क्यों हुआ और उनका मुतालबा क्या है। ਵੱਡਿਓ ਵਾਲੇकुम सलाम। ਅੱਛਾ, ਬੱਚੀ ਜੀ ਪੂਰਾ ਪਿੰਡ ਉਸ ਗੱਲ ਦੀ ਗਵਾਹੀ ਦਿੰਦਾ, ਕਿਸੇ ਨਾਲ ਉਹਨੇ ਨੇ ਗਾਲ ਨਾ ਮਾਰਾ, ਕਿਸੇ ਦੇ ਨਾਲ ਨਹੀਂ। ਆਪਣੇ ਸਿੱਧੇ ਘਰ ਜਾਣਾ, ਘਰ ਤੋਂ ਬਾਹਰ ਜਾਣਾ, ਮਿਹਨਤ ਕਰਦੀ ਸੀ ਭਰਾ ਦੇ ਨਾਲ ਹੀ, ਵਾਢੀਆਂ ਵੀ ਕਰਦੀ ਸੀ, ਮੁੰਜੀਆਂ ਵੀ ਲਾਉਂਦੀ ਸੀ। ਤੇ ਸਾਨੂੰ ਤਾਂ 7 ਵਜੇ ਪਤਾ ਲੱਗਾ ਜੇ ਕਿ ਜੀ ਉੱਥੇ ਕਤਲ ਹੋ ਗਿਆ। ਫਿਰ ਅਸੀਂ ਆਏ ਤੇ ਪੁਲਿਸ ਆਈ ਹੈ, ਮਹੱਲੇਦਾਰ ਮਹੱਲੇ ਅਸੀਂ ਆ ਨਾਲ ਹੀ ਪਰ ਘਰ ਦੇ। ਤੇ ਜਦੋਂ ਪੁਲਿਸ ਆਈ ਉਹਨਾਂ ਦੇ ਸਾਹਮਣੇ ਉਹ ਆਂਦਾ ਰਿਹਾ ਕਿ ਇਹ ਜੋ ਮੇਰੇ ਤੇ ਉਹ ਜਾਦੂ ਕਰਦੀ ਸੀ। ਹਾਂ, ਇਹ ਗੱਲ ਕਰਦਾ ਹੈ ਜਾਦੂ ਉਹਨੇ ਵਿਚਾਰੀ ਨੇ ਕੀ ਕਰਨਾ, ਇਹਨਾਂ ਦੇ ਬੱਚੇ ਪਾਲ ਛੜੇ, ਮਾਂ ਪਿਓ ਨੂੰ ਵੀ ਪਾਲ ਛੜੇ ਤੇ ਆਪਣੇ ਵੀ ਉਹਨੇ ਇੱਥੇ ਪਾਲੇ। ਤੇ ਉਹ ਸੁੱਤੀ ਪਈ ਨੂੰ ਉਹਨੇ ਕਈਆਂ ਮਾਰੀਆਂ ਨੇ, ਖਤਮ ਕਰ ਛੜਿਆ। ਇਹੀ ਉਹ ਇਲਜ਼ਾਮ ਲਾਉਂਦਾ ਨਾ ਕਿ ਜਾਦੂ ਕਰਦੀ ਸੀ। ਜਾਦੂ ਉਹਨੇ ਵਿਚਾਰੀ ਨੇ ਕੀ ਕਰਨਾ, ਜਿਹਨੂੰ ਆਪਣੇ ਆਪ ਨੂੰ ਕੱਖ ਨਹੀਂ ਸੀ, ਉਹਨੇ ਜਾਦੂ ਕੀ ਕਰਨਾ।
ਉਸ ਟਾਈਮ ਤੁਸੀਂ ਪੁਲਿਸ ਵਾਲਿਆਂ ਨੂੰ ਦੱਸ ਰਿਹਾ ਸੀ ਉਹ ਉਹ ਜਦੋਂ ਪੁਲਿਸ ਵਾਲੇ ਨੂੰ ਗੱਡੀ ਦੇ ਵਿੱਚ ਪਾਇਆ, ਅਸੀਂ ਕੋਲ ਖਲੋਤੇ, ਪੂਰਾ ਪਿੰਡ ਖਲੋਤਾ। ਪੁੱਛਿਆ ਤੁਸੀਂ ਵੀ ਲੋਕਾਂ ਨੇ? ਨਹੀਂ, ਸਾਨੂੰ ਨਹੀਂ ਕਿਸੇ ਨੇ ਪੁਲਿਸ ਵਾਲੇ ਨੇ ਪੁੱਛਿਆ। ਨਹੀਂ, ਉਹਨੇ ਪੁੱਛਿਆ ਅਸਗਰ ਨੂੰ ਕਿ ਕੀ ਕਰਤਾ ਹੀ ਕਿਉਂ ਉਹ ਤੇ ਪੁੱਛਦੇ ਜਦੋਂ ਪੁਲਿਸ ਨੇ ਹੱਥ ਗੱਡੀ ਲਾ ਕੇ ਉਹਨਾਂ ਗੱਡੀ 'ਚ ਪਾਇਆ ਸੀ। ਉਹ ਹਜ਼ਾਰ ਵੀ ਸਾਰੇ ਉਹਦੇ ਉਹਨਾਂ ਫੜ ਕੇ ਧਾਰ ਲਿਆ, ਕਈ ਵੀ ਇੱਕ ਡੰਡਾ ਜਿਹਾ ਸੀ ਉਹ ਵੀ ਕੋਲ ਪਿਆ ਸੀ ਗੱਡੀ ਦੇ ਵਿੱਚ। ਬਸ ਇੰਨੀ ਗੱਲਾਂ ਉਹਨੇ DSP ਨੇ ਕੀਤੀਆਂ ਨੇ, ਤੂੰ ਲੈ ਕੇ ਲਾ ਲਓਗੇ। ਸਹੀ ਜ਼ਿਆਦਤੀ ਕੀਤੀ ਹੈ, ਬਹੁਤ ਸਖਤ ਜ਼ਿਆਦਤੀ ਕੀਤੀ, ਬਹੁਤ ਹੀ ਜ਼ਿਆਦਤੀ ਹੋਈ। ਇਦੋਂ ਵੱਧ ਜ਼ਿਆਦਤੀ ਹੋਰ ਨਹੀਂ ਹੋ ਸਕਦੀ। ਪਾਗਲ ਹੈਗਾ ਸੀ ਮਤਲਬ? ਪਾਗਲ ਨਹੀਂ ਸੀ, ਖੈਰੀ ਮੇਰੀ ਸੀ। ਨਾਲੇ ਕਨਾਲ ਕਮਾਰ ਦੀ ਕੋਟ ਕੇ 1000 ਰੁਪਇਆ ਰੋਜ਼ ਦਾ ਲੈਂਦਾ ਸੀ। ਅੱਛਾ, ਜੇ ਪਾਗਲ ਹੁੰਦਾ ਤੇ ਉਹ ਗੋਡੀਆਂ ਤੇ ਨਹੀਂ ਸੀ ਨਾ ਕਰ ਸਕਦਾ। ਤੰਦਰੁਸਤ ਆਦਮੀ ਬਿਲਕੁਲ ਖੈਰ। ਇੱਥੇ ਦੋਵਾਂ ਭੈਣ ਭਰਾਵਾਂ ਨੇ ਬਾਲਣ ਲਿਆਂਦਾ ਰੇੜੀ ਤੇ, ਆ ਕੋਠੇ ਦੇ ਉੱਤੇ ਚਾੜਿਆ ਨਾ। ਰਾਤ ਨੂੰ ਸਵੇਰੇ ਪਤਾ ਲੱਗਾ ਜੀ ਉਹਨੇ ਕਤਲ ਕਰ ਛੱਡਿਆ, ਕਈਆਂ ਮਾਰ ਕੇ ਨਾਲ ਸਿਰ ਦੇ ਵਿੱਚ। ਬਾਈ ਤੁਸੀਂ ਵੀ ਮਹੱਲੇਦਾਰ ਹੋ ਜੀ? ਅੱਛਾ, ਕੀ ਵੇਖਿਆ, ਤੁਹਾਨੂੰ ਕਿਵੇਂ ਪਤਾ ਲੱਗਾ ਕਿ ਸਵੇਰ ਅਸੀਂ ਆਏ ਆ 7 ਵਜੇ, ਪਤਾ ਲੱਗਾ ਜੀ ਇਹ ਕਤਲ ਹੋ ਗਿਆ। ਸਵੇਰ ਪਹਿਲੇ ਟਾਈਮ ਇਹਨਾਂ ਦਾ ਬਨੋਈ ਤੇ ਬੇਟਾ ਇਹਨਾਂ ਦਾ ਟੈਗ ਪਾਈ ਸਦੀਕ ਦਾ, ਉਹਨਾਂ ਨੂੰ ਸਮਝਿਆ ਲੈ ਕੇ ਹਸਪਤਾਲ ਅੱਗੇ ਉਹਨਾਂ ਕਿਹਾ ਜੀ ਵਾਪਸ ਲੈ ਜਾਓ, ਉੱਥੇ ਡੈਥ ਹੋ ਗਈ ਹੈ। ਘਰ ਆਏ ਨੇ ਹਸਪਤਾਲ ਵਾਲਿਆਂ ਨੇ ਘਰ ਲੈ ਜਾਓ, ਉੱਥੇ ਮੌਕੇ ਤੇ ਪੁਲਿਸ ਆਵੇ ਜੀ, ਉਹ ਜੋ ਕੋਈ ਕਾਰਵਾਈ ਉਹ ਕਰਨ ਦੇ। ਉਹਨੇ ਬਹੁਤ ਜ਼ਿਆਦਾ ਜ਼ਿਆਦਤੀ ਕੀਤੀ, ਉਹਨੂੰ ਹਰ ਹਾਲ 'ਚ ਸਜ਼ਾਏ ਮੌਤ ਹੋਣੀ, ਉਸ ਤੋਂ ਥੱਲੇ ਉਹਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਸਹੀ, ਬੱਚੀ ਬਹੁਤ ਅੱਛੀ ਸੀ, ਸਾਡੀ ਮਹੱਲੇ ਦਾ ਸੀ, ਸਾਡੀ ਮਸ਼ੀਰਾ ਸੀ, ਉਹਦੇ ਕਤਲ ਦਾ ਬੜਾ ਅਫਸੋਸ ਹੋਇਆ। ਸਹੀ ਹੈ। ਉਹ ਭਾਈ ਤੁਸੀਂ ਕੀ ਕਹੋਗੇ, ਤੁਸੀਂ ਵੇਖਿਆ ਸਾਰਾ वाकया? अस्सलाम वालेकुम। वालेकुम सलाम। मैं ना सुबह तकरीबन 8 बजे का टाइम था, तो मैं सोया हुआ था, तो ये चाचू सदीकी ने जोजा मोहतरमा हमारे गिर गई थी, उन्होंने जाके ये वाक़या सुनाया। तो उसी फ़ौरन वक्त मैं बाहर आया हूँ, तो वो जो बाजी कत्ल हुए हैं ना, उनके हस्बैंड को लेके ना तो आगे हुए थे, डेड बॉडी लेके घर गए हैं। मैंने सारा वाक़या जो है देखा, वो अंदर बैठे हुए हैं। तो जिस तरह वो अंदर बैठे हुए थे ना, इस तरह से कि मैंने मार के पता नहीं क्या काम कर लिया, बड़े बदमाशी के ना वो बैठे हुए थे आकर के। अच्छा, ठीक है ना, भागे नहीं वो, ठीक है। तो उसी वक्त फिर मैंने ये अंकल लोगों ने सारा मिलजुल की पुलिस वाले को कॉल की, तसल्ली के साथ वो बैठा हुआ था। ठीक है, हुआ अफसोस है बहुत ज़्यादा, उनके छोटे छोटे बच्चे हैं 2, ठीक है, एक लड़की एक लड़का है, उनका बेटा है। वो देखें कि जब से उनकी वालदा फोत हुई है ना, वो उनकी जो सेहत है वो पहले जिस तरह थे वो उस तरह नहीं रहते अब। ठीक है, बच्चे देखें माँ पे जो होते हैं ना, वो एक बहुत बड़ी नेमत होती है। तो बहुत अफसोस हुआ है जी उनका। वो हमारे गाँव में इस तरह थी कि वो कभी उनका कोई शोर शराबा या कोई हो इस तरह का, यार ये लड़की अच्छी नहीं थी, इस तरह कुछ। हमारे गाँव के तकरीबन तमाम लोग जो है ना वो उनकी तारीफ़ करते हैं कि ये बहुत अच्छे थे, बहुत अच्छे थे। सही है भाई, ਤੁਸੀਂ ਕੀ ਕਹੋਗੇ? ਵਾਲੇਕੁਮ ਸਲਾਮ। ਤੁਸੀਂ ਵੀ ਮਹੱਲੇਦਾਰ ਹੋ? ਹਾਂ ਜੀ, ਮਹੱਲੇਦਾਰ ਜੀ। ਸਰ ਜੀ ਗੱਲ ਇਹ ਹੈ ਕਿ ਉਹ ਜੇ ਕੋਈ ਜੇ ਦੱਸਦੇ ਨੇ ਵੀ ਇਹ ਕੋਈ ਜੀ ਸਾਰਾ ਕੁਝ ਝੂਠਾ ਕੰਮ ਖਰਾਬ ਹੋਇਆ, ਜਿਹੜਾ ਜ਼ਿਆਦਤੀ ਉਹਨੇ ਕੀਤੀ ਹੈ, ਤੇ ਲਿਆਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਹੀ। ਤੁਸੀਂ ਵੇਖਿਆ ਸੀ ਉਹਨੂੰ ਜਦੋਂ ਕਤਲ ਕਰਕੇ ਘਰ ਬੈਠਾ ਸੀ? ਗਏ ਤੁਸੀਂ ਮੌਕੇ ਤੇ? ਨਹੀਂ ਵੇਖਿਆ। ਅੱਛਾ, ਬਾਅਦ ਚ ਪਤਾ ਲੱਗਾ ਤੁਹਾਨੂੰ? ਆਹ ਬਾਅਦ ਸੁਣਿਆ ਕਿ 7-8 ਵਜੇ ਨਾਲ ਪਤਾ ਲੱਗਾ ਜੀ ਕਤਲ ਹੋ ਗਿਆ। ਤੇ ਠੀਕ ਹੈਗਾ, ਜ਼ਹਿਨੀ ਤੌਰ ਦੇ ਉੱਤੇ ਹੈ ਉਸ ਘਰ? ਆ ਫਿਲਹਾਲ ਤਾਂ ਠੀਕ ਹੈ, ਜਿਹੜਾ ਸਾਰੀ ਦਿਹਾੜੀ ਕੰਮ ਕਰ ਸਕਦਾ ਉਹ ਠੀਕ ਹੀ ਹੈ, ਤੇ ਕੰਮ ਕਰਦਾ ਮਜ਼ਦੂਰੀ, ਤੇ ਜੇ ਗਲਤ ਹੁੰਦਾ ਤਾਂ ਮਜ਼ਦੂਰੀ ਤੇ ਨਹੀਂ ਕਰ ਸਕਦਾ ਸਰ जी। नाज़रीन, आपने अहले इलाका भी गुफ्तगू सुनी। उनका कहना है कि जो कातिल है जिसने अपनी बहन को बेदर्दी के साथ कत्ल, वो ज़हनी तौर पर तंदुरुस्त है, क्योंकि रोज़ाना वो मजदूरी भी करता है और बहन भाइयों के दरमियान अच्छे ताल्लुकात थे। लेकिन अचानक से उसे क्या हो गया, वजूहात हैं क्या, अभी तक इनको किसी को भी ये वजूहात मालूम नहीं। नाज़रीन, इस वक्त थाना एयरपोर्ट के SHO आबिद फारूक साहब हमारे साथ मौजूद हैं। उन्हीं की ज़ुबानी जान लेते हैं ये कत्ल की खौफनाक वारदात, जिसमें भाई ने बहन को बेदर्दी के साथ सोते हुए ही मौत के घाट उतार दिया। उसके पीछे असल वजूहात हैं क्या? इन्होंने मुलजिम को गिरफ्तार किया और गिरफ्तार करके जब उससे तफ्तीश का आगाज़ किया गया तो दौरान तफ्तीश उसने कौन कौन से इंकशाफ किए, ये इन्हीं की ज़ुबानी सुनाते। बहुत शुक्रिया आबिद साहब, आपने वक्त दिया। आबिद साहब, ये बड़ी एक दर्दनाक सी स्टोरी है जिसमें एक भाई ने बहन को कत्ल कर दिया और इल्ज़ाम वो लगाता है कि काला जादू वो करवाती थी, जिसकी वजह से, जिस रंज की वजह से उसने कत्ल कर दिया। असल में आपको इत्तला कैसे मसूल हुई कत्ल की? फिर मौका पर पहुंच के इसकी गिरफ्तारी किस तरह से अमल में लाई गई और गिरफ्तार करने के बाद असल हक़ाइक़ क्या सामने है? जी, बिस्मिल्लाहिर्रहमानिर्रहीम। ये 20 तारीख को, 20 मई को अर्ली मॉर्निंग हमें वायरलेस के थ्रू मैसेज मिला कि माजरा गांव जो है वहाँ पे भाई ने असगर नामी जो फ़र्द है उसने अपनी हमशीरा को कस्सी के वार करके कत्ल कर दिया है। ठीक है। तो हम फौरी तौर पे वहाँ पहुँचे। जाके हमने जब देखा तो जो इसकी हमशीरा है शाजिया कौसर,
उसकी डेड बॉडी पड़ी हुई थी और मुर्दा हालत में थी और उसके जिस्म के मुख्तलिफ हिस्सों पे कस्सी के वार जो है वो लगे हुए थे। ठीक है। तो जो मुलजम था वो मौके से वकूआ करने के बाद, कत्ल करने के बाद वो फरार हो गया। ठीक है। तो उसके बाद हमने मुलजम की गिरफ्तारी के लिए मुख्तलिफ जो टीमें थी वो तश्कील दी और हमने तकरीबन 15-20 घंटों के अंदर ही मुलजम को हमने गिरफ्तार कर लिया। सही। तो जब मुलजम को गिरफ्तार किया, उसकी इंटेरोगेशन अमल में लाई गई, तो उसमें मुलजम ने इंकिशाफ किया कि ये जो मेरी हमशीरा है ये काफ़ी अरसे से अपने खामद के साथ हमारे घर में ही यानी अपने मेके आ गई है और यहाँ पे ही रह रही थी। तो जिसको मुलजम ने कई दफ़ा अपने ससुराल जाने के लिए कहा, तो लेकिन वो अपने ससुराल जाने के वो तैयार नहीं थी। सही। तो यही इन दोनों बहन भाइयों में मज़ीद जो मेन वजह है झगड़े की वो यही थी। इसी बात पे अक्सर इनका आपस में झगड़ा होता रहता था। ठीक है। तो उस रात भी ऐसा ही हुआ कि इसने अपनी बहन से बोला कि आप जो हैं वो अपने ससुराल चले जाएं, तो मेरे जो बच्चे हैं वो इधर रह रहे हैं। लेकिन वो जिसकी हमशीरा है, जो मकतूला है, वो इनकारी थी। इस बात पे झगड़ा हुआ है और वो खातून जो है वो सो गई है। तो सुबह तकरीबन 3:30 बजे के लगभग इसने इरादतन कस्सी के वार करके उसको मौके पे ही कत्ल कर दिया। ठीक है। प्लानिंग ये रात भर करता रहा होगा ना? बिल्कुल बिल्कुल ऐसा ही इसने प्लानिंग की कि ये अब इसको मैं कत्ल कर दूंगा और इस तरह जो ना वो मेरा घर खाली हो जाएगा, मेरी जान छूट जाएगी। सही। ये असल में इसकी जो मोटिव है, ये असल वजह कत्ल की। ठीक है। वो मुलजिम ने ये भी बताया, जैसे पहले पता लगा और वहाँ पे भी लोग बता रहे थे मकतूला के लवाकिन के वो काला जादू का कोई इल्ज़ाम भी लगाता था कि वो जादू करवाती है इस पर और उस वजह से उसने कत्ल किया है। और उसका एक बेटा भी है जो ये मुलजिम का, वो भी 2 साल से घर में नहीं आया। जो जादू के हवाले से तो हमने अहले महल्ला से इर्द गिर्द से जब हमने पूछगछ की तो इस तरह की कोई चीज़ सामने नहीं आई तफ्तीश में कि हम ये वसूख से कह सकें कि वो मुलजम के ऊपर उसने कोई जादू वगैरह किया। सही। तो ये तो बिल्कुल जहालत की बातें हैं, या एक लिहाज से हम ये कह सकते हैं कि उसने स्टोरी को डाइवर्ट करने की कोशिश की है। ठीक है। तो जो मेन जो वजह है कत्ल की, जो अभी तक तफ्तीश में सामने आई है, वो यही है कि उसकी जो हमशीरा है वो इसके साथ घर में रह रही थी, वो इसको घर में रखना नहीं चाह रहा था। इस वजह से अक्सर इनकी लड़ाई होती थी। रात को भी लड़ाई हुई है और जिसके नतीजे में उसने इसको सुबह कस्सी के वार करके कत्ल कर दिया। सही है। ये वजह। अच्छा आबिद साहब, जो मकतूला है और मुलजिम है, इन दोनों की वालिदा भी हयात है और उसी घर में रहती है। उनसे भी गुफ्तगू हुई हमारी, जो मतलब उसका कहना था कि ये बच्ची जो है वो इनका आपस में कोई लड़ाई झगड़ा नहीं हुआ और ये बड़े प्यार से रह रहे थे। रात को वो, बल्कि जो मुद्दई मुकदमा है मकतूला का शौहर, वो कहता है कि रात को हम सब ने लूडो खेली है और लूडो खेलने के बाद वो साथ वाले कमरे में चला गया। उसकी वालिदा की तबीयत ख़राब हुई है, वो खातून वहाँ पे शाजिया गई है अपनी वालिदा के पास और वहीं पे सो गई है जहाँ पे ये मुलजिम असगर भी सो रहा था और वहीं पे उसने फिर कत्ल की खौफनाक वारदात कर दी। इसमें हकाइक हैं कुछ इस बातों में? ये बात जो आप बता रहे हैं ना, इनका झगड़ा तो हुआ है, लेकिन इसने अपने इरादे के बारे में दूसरों को महसूस नहीं होने दिया कि मेरा कोई ऐसा इरादा है इसको कत्ल करने का। तो वो रूटीन के लिहाज से वो सो गई है। तो वैसे भी पहले भी मामूली तून तकरार या झगड़ा वगैरह तो होता था इनका आपस में, लेकिन उसकी वालदा को ये इल्म तो नहीं था कि इसने आज इसको मर्डर कर देना। अच्छा, शौहर भी इस बात से, जो मुद्दई मुकदमा है वो भी इनकारी है कि कोई लड़ाई झगड़ा नहीं हुआ और कोई ऐसी बात नहीं। वैसे ये मुलजिम के बारे में अगर बात की जाए तो ये ज़हनी तौर पर तंदुरुस्त है? जी बिल्कुल तंदुरुस्त है, इस ज़हनी कोई इसको प्रॉब्लम नहीं है, बिल्कुल ठीक है ये। सही। हाँ, तो इसी ने दौरान इंटेरोगेशन ये बताया कि रात को मेरा झगड़ा हुआ था जिस वजह से मैंने अपनी हमशीरा को कत्ल किया। सही। अब इसकी गिरफ्तारी अमल में लाई गई है आपकी जानिब से, मजीद इसको आगे भरपूर सजा दिलवाने के लिए क्या इकदाम किए जाएंगे? जी बिल्कुल, ये पुलिस ने इसको अरेस्ट किया है, ये अभी फिजिकल रिमांड पे है। इसकी तफ्तीश जो है वो हो रही है, इसमें जो एविडेंस हैं वो भी सारे कलेक्ट करके फोरेंसिक लैब में भेजे जा चुके हैं। तो अभी विद इन 1-2 डेज ये जेल चला जाएगा। उसके बाद इसका जो चालान है वो अपना अदालत में पेश किया जाएगा। सही है। और ये जो मुलजिम है, इसकी बीवी भी इससे तलाक ले चुकी है? जी, इसकी बीवी जो है वो इससे काफ़ी अर्सा पहले तलाक ले चुकी है। कहते हैं कि इसने ठीक 10 साल कबल उस पर भी इसी तरह हमला किया था जिससे वो शदीद जख्मी हुई थी और ज़हनी तवाज़ुन भी उसका ख़राब हो गया था।
नहीं, लड़ाई झगड़े तो इनके, ये बात तो अभी पता चली है कि इसकी बीवी के साथ भी इसके झगड़े थे, लेकिन पुलिस के पास ऐसी कोई रिपोर्ट नहीं है, ना ही कोई ऐसा केस रजिस्टर्ड हुआ है। कोई केस नहीं रजिस्टर्ड। ये फर्स्ट केस है? जी बिल्कुल, ये फर्स्ट है। और ये मेहनत मजदूरी ही करता था? जी बिल्कुल ऐसे ही करता था। और कहते हैं ये इकट्ठे, मतलब साथ जो मुद्दई मुकदमा है, जो इसकी हमशीरा का शौहर है, वो और ये मिलके दोनों इकट्ठे मेहनत मजदूरी करते थे, बल्कि सम टाइम उनका ये कहना है कि वो हमशीरा भी साथ मिलकर एक दूसरे के साथ काम करते थे। जी बिल्कुल, ये ज़ाहिर है ये बिल्कुल गरीब फैमिली है और इनका जो रोज़गार है वो यही है कि ये मेहनत मजदूरी करते हैं। तो बाज़-औक़ात जो खातून है वो भी इस तरह मजदूरी करके अपने बच्चों का पेट पालती थी। सही। ये सिर्फ जो आप बता रहे हैं बात कि उसको कत्ल जो है वो रात शाम जो एक लड़ाई हुई है उसकी वजह से उसने किया है, लेकिन घर में उसकी वालिदा और मकतूला का शौहर और मकतूला का भाई, एक भाई जो उसके साथ घर में रिहाइश पजीर है, ये तमाम लोग इस बात से इनकारी हैं कि कोई लड़ाई झगड़ा नहीं हुआ इनका। नहीं देखे ना, ये जो मुलज़म की इंटेरोगेशन है उसमें इसने ये वजह बताई है। इसके अलावा जो तफ्तीश में फ़िलहाल और कोई वजह सामने भी नहीं आई। ना तो इन लोगों की कोई ऐसी प्रॉपर्टी है बहुत ज़्यादा कि जिसकी तकसीम पे कोई इनके आपस में इख्तलाफात हों, और ये आप यही कह सकते हैं कि इसके अलावा तो कोई वजह नहीं है। अब सब इस हद तक नफ़रत कैसे बढ़ जाती है कि एक भाई अपनी ही सगी बहन को कत्ल कर दे? ये मुआशरा किस तरफ जा रहा है? ज़ाहिर है हमारी सोसाइटी में इस तरह की चीज़ें तो अब आम हो गई हैं कि भाई ने बहन को कत्ल कर दिया या वालिद को कत्ल कर दिया। तो इस तरह की तो चीज़ें अब चल रही हैं, सोसाइटी में चल रही हैं, जो नहीं होनी चाहिए। लेकिन इसके पीछे आप समझते हैं कि ये वजूहात थी कि उस पर इंतहाई कदम उठाना चाहिए था, या इस मतलब ऐसा कोई बनता था कि इंतहाई कदम उठाया जाए? नहीं, ज़ाहिर है जो कत्ल करना वो जस्टिफिकेशन तो नहीं दी जा सकती कि उसने दुरुस्त किया। तो ये है कि ज़ाहिर है एक बंदा, उसके वसाइल भी कम हों, फिर जगह की प्रॉब्लम भी हो, तो वो सारी चीज़ें ऐड हो के कोई झगड़ा भी हो जाए तो इस तरह के जो इंसिडेंट है उस पर मुंतज हो जाता है जाके, फिर वो नफरत बढ़ती चली जाती है। जी बिल्कुल, और फिर वो इंतहाई कदम उठाते हैं। जी बिल्कुल ऐसा ही है। अब सब ये मुआशरे में ऐसे वाक़यात से बचने के लिए, क्योंकि आप पुलिस ऑफिसर हैं, ऐसे बहुत से वाक़यात आप मुख्तलिफ थानों में, सियालकोट के SHO रहे, अब भी थाना एयरपोर्ट में SHO हैं, कैसे इन ऐसे वाक़यात से, खौफनाक वाक़यात से बचा जा सकता है? क्या कुछ अगर किया जाए तो हो सकता है कि ऐसे नुकसानात ना हो? ये जो देखे ना, जो फैमिली रिलेटेड मर्डर होते हैं ना, तो इनमें ज़्यादातर जो वजूहात होती हैं वो तो यही प्रॉपर्टी या मकान या पैसों की तकसीम के हवाले से होती है, लालच होता है। तो यही वजह, मेन वजह तो यही होती है कि जिस वजह से वो भाई अपनी हमशीरा को कत्ल कर दे या बेटा वालिद को कत्ल कर दे। सही। और इसके अलावा ये चीज़ भी है कि सोसाइटी में जो पेशेंस है या जो बर्दाश्त है उसकी बड़ी कमी हो गई है, कम हो गई है, बहुत कम हो गई है, कि बड़ी जल्दी इंसान गुस्से में आ जाता है, आपे से बाहर हो जाता है, और फिर वो ज़ाहिर है गुस्से में आके इस तरह के इंसिडेंट उससे हो जाता है, तो बाद में वो पछताता रहता है कि मुझसे क्यों हो गया, गुस्से में ऐसा नहीं होना चाहिए। तो ये कुछ चीज़ें हैं जिस वजह से इस तरह के मामलात। इस मुल्ज़िम को भी पछतावा है? जी बिल्कुल, मैंने इसको इंटरोगेशन में पूछा है। अच्छा। कि आपने जो काम किया, अपनी हमशीरा को कत्ल किया, तो तुम्हें इसका पछतावा है कि नहीं? वो कह रहा है जी मुझसे गुस्से में या मुझसे ये बड़ा गलत काम हुआ है, तो मैं इससे बड़ा शर्मिंदा हूँ, मैं बड़ा पछता रहा हूँ। सही। अब सब टाइम जो मुकदमात इस तरह के दर्ज होते हैं कि बहन को जैसे इस भाई ने कत्ल किया, चाहे इसका शौहर मुद्दई बना है, लेकिन वो रह तो यहीं पर रहा है, वालदा भी हयात है, उस मकतूला की भी, मुल्जिम की भी, तो भाई भी रहते हैं, तो क्या कहीं पर जाकर ये भी गुंजाइश बन जाती है कि अक्सर औकात लोग ऐसे में माफ़ कर देते हैं, सुलह की गुंजाइश होती है, तो ऐसे लोगों को करार वाक़ई सज़ा मिलनी चाहिए या सुलह हो जानी चाहिए, या कुछ कानून में ऐसे भी दफ़ात मौजूद है कि जिसमें सुलह की गुंजाइश ख़त्म हो जाती है? आप किस तरह लेके चल रहे हैं इसको? जी मैं तो ये कहता हूँ कि जो इस किस्म के वाक़यात हैं, जो मुल्ज़मान हैं, उनको करार वाक़ई सज़ा होनी चाहिए, ताकि दूसरे जो लोग हैं उनको एक सबक मिले, एक लेसन मिले। लेकिन अमूमन देखने में ये आया है कि जो इस किस्म के केसेस हैं जिसमें फैमिली का कोई मेंबर ही कातल होता है, तो उसमें कुछ अरसे के बाद दीगर फैमिली वाले जो उस पर
कोशिश करते हैं, प्रेशराइज करते हैं, मदई को मजबूर कर देते हैं, सही, तो अमूमन इस तरह के केसेस में सुलह हो जाती है और कन्विक्शन बहुत कम होती है। बहुत कम केसेस हैं जिनमें मुलजम को आखिरकार सजा होती है। बहुत शुक्रिया आबिद साहब, थैंक यू वेरी मच। नाजरीन, आज के प्रोग्राम से मुख्तलिफ सबक मिलते हैं, लेकिन सबसे अहम सबक ये है कि जो लड़कियां शादी के बाद ससुराल की बजाय अपने मैके में डेरा जमा लेती हैं, उनके इस डेरा जमाने की वजह से बहुत सी खराबियां पैदा होती हैं। जैसा कि आपने इस केस में देखा कि पहले इसके भाई ने अपनी बीवी को तलाक दी और कुछ अरसा बाद उसने अपनी ही बहन को बेदर्दी के साथ मौत के घाट उतार दिया। लिहाजा माओ को हमारा ये पैगाम है कि वो अपनी बेटियों को ससुराल में रहने दें ताकि ऐसे भयानक नताइज से बचा जा सके। अपने इर्द गिर्द होने वाले जुर्म को फौरी 15 पर रिपोर्ट कीजिए। अपने मेज़बान सलमान कुरैशी को इजाज़त दीजिए। अल्लाह ने के बाद।